ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਖਸ਼ਿੰਦ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਗੁਰੂ ਰਹਿਮਤ ਦੇ ਨਾਲ ਲਗਾਤਾਰ ਆਪ ਜੀ ਸਰਵਣ ਕਰ ਰਹੇ ਹੋ। ਔਰ ਵਿਸ਼ੇਸ਼ ਕਰਕੇ ਧੰਨ ਗੁਰੂ ਨਾਨਕ ਮਹਾਰਾਜ ਦੇ ਬਖਸ਼ੇ ਹੋਏ 5 ਖੰਡ, ਜਿਨ੍ਹਾਂ ਦਾ ਲਗਭਗ ਜ਼ਿਕਰ ਇਸ ਸਿੱਧੇ ਰੂਪ ਵਿੱਚ ਜਪਜੀ ਸਾਹਿਬ ਦੇ ਵਿੱਚ ਹੀ ਆਇਆ। ਵੈਸੇ ਆਤਮਕ ਅਵਸਥਾਵਾਂ ਦਾ ਜ਼ਿਕਰ ਮਹਾਰਾਜ ਜੀ ਬਾਣੀ 'ਚ ਕਰਦੇ ਰਹਿੰਦੇ ਨੇ। ਲਾਵਾਂ ਦਾ ਪਾਠ ਅਸੀਂ ਅਕਸਰ ਸੁਣਦੇ ਹਾਂ। ਉਹਦੇ ਅੰਦਰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੀਆਂ ਆਤਮਕ ਅਵਸਥਾਵਾਂ ਦਾ, ਪੜਾਵਾਂ ਦਾ ਜ਼ਿਕਰ ਕੀਤਾ ਹੈ। ਵਿਸਥਾਰ ਦੇ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਸਾਡੀ ਜ਼ਿੰਦਗੀ ਦੇ ਜਿਹੜੇ ਪੜਾਅ ਨੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਤੇ ਫਿਰ ਇੱਕੋ ਪੌੜੀ 'ਚ ਦੋਨੋਂ ਕਰਮ ਤੇ ਸੱਚਖੰਡ। ਕਰਮ ਮਤਲਬ ਬਖਸ਼ਿਸ਼, ਤੇ ਬਖਸ਼ਿਸ਼ ਦੇ ਨਾਲ ਹੀ, ਰਹਿਮਤ ਦੇ ਨਾਲ ਹੀ ਸੱਚਖੰਡ ਜੁੜਿਆ ਹੋਇਆ ਹੈ। ਅਸਲ 'ਚ ਬਖਸ਼ਿਸ਼ ਹੀ ਸੱਚਖੰਡ ਹੈ। ਸਾਧ ਸੰਗਤ, ਦਰਵਾਜ਼ਾ ਹੈ ਸੱਚਖੰਡ ਦਾ। ਬਖਸ਼ਿਸ਼ ਹੀ ਸੱਚਖੰਡ ਦਾ ਦਰਵਾਜ਼ਾ ਹੈ। ਇਹ ਦੋਨੋਂ ਆਪਸ, ਜਿਵੇਂ ਘਰ ਤੇ ਦਰ ਦੋਨੋਂ ਜੁੜੇ ਹੁੰਦੇ ਨਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਬਖਸ਼ਿਸ਼ ਦਰ ਹੈ ਜਿੱਥੋਂ ਅਸੀਂ ਦਾਖਲ ਹੋਣਾ, ਤੇ ਸੱਚਖੰਡ ਘਰ ਹੈ। ਮਤਲਬ ਦਰਵਾਜ਼ੇ ਤੋਂ ਬਿਨਾਂ ਅਸੀਂ ਘਰ ਤੱਕ ਨਹੀਂ ਪਹੁੰਚ ਸਕਦੇ। ਜੇ ਕੋਈ ਬੰਦਾ ਕਹੇ ਮੈਂ ਦਰਵਾਜ਼ੇ 'ਚ ਨਹੀਂ ਦਾਖਲ ਹੋਣਾ ਪਰ ਮੈਂ ਘਰ ਪਹੁੰਚਣਾ, ਤੇ ਨਾਮੁਮਕਿਨ ਹੈ। ਕੋਈ ਮਨੁੱਖ ਕਹੇ ਕਿ ਮੈਂ ਬਖਸ਼ਿਸ਼ ਤੋਂ ਬਿਨਾਂ ਸੱਚਖੰਡ ਦੇ ਪੜਾਅ ਤੱਕ ਪਹੁੰਚਣਾ, ਤੇ ਨਾਮੁਮਕਿਨ ਹੈ। ਸ਼ਰਮ ਦੇ ਨਾਲ ਸਾਡੀ ਕਿਰਿਆ ਹੈ। ਸ਼ਰਮ ਮਤਲਬ ਉਦਮ।
ਅਸੀਂ ਉਦਮ ਕੀਤਾ, ਅਸੀਂ ਕਿਰਿਆਸ਼ੀਲ ਹੋਏ, ਸਾਡੀ ਕਿਰਿਆ ਦੇ ਨਾਲ ਉਹਦੀ ਬਖਸ਼ਿਸ਼ ਜੁੜੀ, ਸਾਡੀ ਜੀਰੋ ਨਾਲ ਏਕਾ ਲੱਗਿਆ, ਫਿਰ ਸੱਚਖੰਡ ਦੇ ਦਰਬਾਰ ਤੱਕ ਅਸੀਂ ਪਹੁੰਚੇ। ਇਹ ਸਾਡੀਆਂ ਆਤਮਿਕ ਅਵਸਥਾਵਾਂ ਨੇ। ਇਹ ਜਿਹੜੇ ਖੰਡ ਦਾ ਅਰਥ ਹੈ ਹਿੱਸਾ, ਪੜਾਅ, ਇਹ ਉਦਮ ਕਿੱਥੇ ਕਰਨ, ਇਹ ਸਾਰਾ ਕੁਝ ਸਾਡੇ ਜਿਉਂਦੇ ਜੀ ਨਾਲ ਜੁੜਿਆ ਹੋਇਆ ਸਾਧ ਸੰਗਤ। ਜੇ ਅਸੀਂ ਕਿਸੇ ਮੁਰਦੇ ਨੂੰ ਇਹ ਖੰਡ ਸੁਣਾਈਏ ਫਿਰ ਉਹ ਕਿੱਥੇ ਜਾਏਗਾ ਭਲਾ। ਇਹ ਖੰਡ ਸਾਡੇ ਕੰਮ ਆਉਣੇ ਆ, ਇਹ ਸ਼ਬਦ ਸਾਡੇ ਕੰਮ ਆਉਣਾ ਹੈ, ਇਹ ਸੋਝੀ ਗਿਆਨ, ਇਹ ਬਖਸ਼ਿਸ਼ ਸਾਡੇ ਕੰਮ ਆਉਣੀ ਹੈ ਜਦੋਂ ਅਸੀਂ ਜੂ ਰਹੇ ਹਾਂ। ਅਸੀਂ ਇਹਨੂੰ ਪੜ੍ਹਨ ਜੋਗੇ ਹਾਂ, ਅਸੀਂ ਸੁਣਨ ਜੋਗੇ ਹਾਂ, ਅਸੀਂ ਵਿਚਾਰਨ ਜੋਗੇ ਹਾਂ, ਅਸੀਂ ਕਮਾਉਣ ਜੋਗੇ ਹਾਂ। ਇੱਕ ਇੱਕ ਪੰਕਤੀ ਜਦੋਂ ਅਸੀਂ ਉਤਰਨ ਦਾ ਯਤਨ ਕਰਾਂਗੇ ਤੇ ਲੱਗੇਗਾ ਕਿ ਸਾਡੀ ਜ਼ਿੰਦਗੀ ਛੋਟੀ ਹੈ, ਉਸ ਪੰਕਤੀ ਦੀ ਗਹਿਰਾਈ ਦਾ ਥਾਹ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਕੱਲ ਅੱਧੀ ਪੌੜੀ ਦੀ ਵਿਚਾਰ ਕਰ ਸਕੇ ਮਹਾਰਾਜ ਅੱਗੇ ਜੋਦੜੀ ਕਰਮਖੰਡ ਦੀ ਚਰਚਾ ਕਰਨ ਦਾ ਯਤਨ ਕੀਤਾ, ਜਿੰਨੀ ਕੁ ਸਮੱਤ ਦਿੱਤੀ ਸਤਿਗੁਰੂ ਜੀ ਨੇ। ਇਸ ਤੋਂ ਅੱਗੇ ਸੱਚਖੰਡ, ਉਸੇ ਪੌੜੀ ਦੇ ਅੰਦਰ ਦੂਜਾ ਪੜਾਅ, ਉਹਨੂੰ ਸਮਝਣ ਦਾ ਯਤਨ ਕਰੀਏ। ਪਾਠ ਪੂਰਾ ਕੀਤਾ ਪੌੜੀ ਦਾ, ਤੁਸੀਂ ਫੇਰ ਸੁਣਿਆ ਕਿ ਵਰਤਦਾ ਕੀ ਹੈ ਕਰਮਖੰਡ ਦੇ ਵਿੱਚ। ਬਲ, ਕਰਮਖੰਡ ਕੀ ਬਾਣੀ, ਬਾਣੀ ਮਤਲਬ ਵਰਤਾਰਾ ਉੱਥੋਂ ਦਾ, ਉੱਥੇ ਬਹੁਤ ਬਲ ਵਰਤ ਰਿਹਾ ਹੈ, ਰੱਬੀ ਬਲ ਵਰਤ ਰਿਹਾ ਹੈ, ਜ਼ੋਰ। ਤੇ ਦੂਜੀ ਗੱਲ ਸਭ ਤੋਂ ਵੱਡੀ ਇਹ ਵੀ ਦੁਨੀਆ ਦੇ ਉੱਤੇ ਬਹੁਤ ਲੋਕ ਜ਼ੋਰ ਅਜ਼ਮਾਈ ਕਰ ਰਹੇ ਆ ਤੇ ਕਈਆਂ ਦੇ ਜ਼ੋਰ ਦਾ ਪ੍ਰਭਾਵ ਕਬੂਲਦੇ ਅਸੀਂ। ਕਿਸੇ ਕੋਲ ਤਨ ਦਾ ਜ਼ੋਰ ਹੈ, ਕਿਸੇ ਕੋਲ ਧਨ ਦਾ ਜ਼ੋਰ ਹੈ, ਹੋ ਸਕਦਾ ਕਿਸੇ ਕੋਲ ਰਿੱਧੀਆਂ ਸਿੱਧੀਆਂ ਦਾ ਜ਼ੋਰ ਹੋਏ, ਅਸੀਂ ਪ੍ਰਭਾਵ ਕਬੂਲਦੇ ਆ, ਗੁਲਾਮੀ ਕਬੂਲ ਲੈਂਦੇ ਆ, ਮੁਤਾਜੀ ਕਰਨ ਲੱਗ ਪੈਂਦੇ ਆ। ਇਸ ਖੰਡ ਵਿੱਚ ਮਹਾਰਾਜ ਕਹਿੰਦੇ ਜਿਸ ਜ਼ੋਰ ਦਾ ਵਰਤਾਰਾ ਵਰਤ ਰਿਹਾ ਉਹਦੇ ਨਾਲ ਵੱਡੀ ਗੱਲ ਹੈ ਤਿੱਥੈ ਹੋਰ ਨਾ ਕੋਈ ਹੋਰ। ਸਭ ਤੋਂ ਵਿਸ਼ੇਸ਼ ਗੱਲ ਇਹ ਹੈ, ਕੱਲ ਵੀ ਬਚਨ ਵਰਤਿਆ ਸੀ, ਰੋਜ਼ ਪੜ੍ਹਦੇ ਆ, ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋਈ। ਮੈਂ ਚਾਰੇ ਕੁੰਡਾਂ ਭਾਲੀਆਂ ਤਿਸ ਜੇਵੜ ਨਾ ਸਾਈਆਂ। ਨਾ ਕੋਈ ਹੋਇਆ ਤੇ ਨਾ ਹੋਣਾ ਹੈ ਸਾਧ ਸੰਗਤ। ਯਤਨ ਕੀਤਾ ਕੱਲ ਵੀ ਇਹ ਪੰਕਤੀ ਦੀ ਵਿਚਾਰ ਕਰਨ ਦਾ। ਤਿੱਥੈ ਜੋਧ ਮਹਾਬਲ ਸੂਰ, ਇਹ ਉਸ ਅਵਸਥਾ 'ਚ ਜਾ ਕੇ ਬੰਦੇ ਉਹੀ ਨੇ ਜਿਹੜੇ ਮਨ ਅੱਗੇ ਹਾਰੇ ਹੋਏ ਸੀ, ਉਹ ਸੂਰਮੇ ਹੋ ਗਏ। ਜਿਹੜੇ ਕਹਿੰਦੇ ਸੀ ਚੋਰੀ, ਕੁਕਰਮ, ਪਾਪ, ਇਹ ਦੁਨੀਆ 'ਚੋਂ ਅਸੀਂ ਨਿਕਲ ਨਹੀਂ ਸਕਦੇ, ਉਹ ਨਿੱਜ ਨੂੰ ਜਿੱਤਣ ਵਾਲੇ ਯੋਧੇ ਹੋ ਗਏ। ਤੇ ਉਹਨਾਂ ਸੂਰਮਿਆਂ ਦੇ ਅੰਦਰ ਵਾਹਿਗੁਰੂ ਜੀ ਦਾ ਵਾਸਾ। ਤਿੰਨ ਮਹਿ, ਇਹ ਮੈਂ ਇਸ਼ਾਰੇ ਮਾਤਰ ਕੱਲ ਦੋ ਗੱਲਾਂ ਕੀਤੀਆਂ ਸੀ ਕਿ ਮੀਰੀ ਤੇ ਪੀਰੀ। ਜੇ ਦੋ ਸ਼ਬਦਾਂ ਵਿੱਚ ਕਹਿਣਾ ਹੋਵੇ ਕਿ ਮੀਰੀ ਤੇ ਪੀਰੀ ਕੀ ਹੈ, ਥੋੜਾ ਸੁਰਤ ਨੂੰ ਟਿਕਾਇਓ। ਦੋ ਅੱਖਰਾਂ 'ਚ ਕਹਿਣਾ ਹੋਵੇ ਮੀਰੀ ਤੇ ਪੀਰੀ ਕੀ ਹੈ। ਬੱਚੇ ਨਾ ਬਾਹਰ ਗੱਤਕਾ ਸਿੱਖ ਰਹੇ ਸੀ ਤੇ ਮੇਰਾ ਜੀ ਕੀਤਾ ਮੈਂ ਇਹਨਾਂ ਨੂੰ ਪੁੱਛਾਂ ਵੀ ਜੋਧ ਮਹਾਬਸੂਰ, ਕਿਉਂਕਿ ਗੱਲ ਸੂਰਮਤਾਈ ਦੀ ਹੈ, ਤੇਗ ਚਲਾਣੀ, ਸ਼ਸਤਰ ਸਿੱਖਣੇ ਸੂਰਮਿਆਂ ਦਾ ਕੰਮ ਹੈ, ਤੇ ਆਪਾਂ ਵਿਚਾਰੀਏ। ਪਰ ਮੈਂ ਝਿਜਕ ਗਿਆ ਕਿਉਂਕਿ ਸੁਭਾਅ ਨਹੀਂ ਬਣਿਆ ਹੋਇਆ। ਮੈਂ ਸਿੱਧਾ ਲੰਘ ਆਇਆ, ਮੇਰਾ ਜੀ ਕਰ ਰਿਹਾ ਸੀ ਮੈਂ ਰੁਕ ਕੇ ਪੁੱਛਾਂ। ਇਸ ਵਿਚਾਰ ਤੋਂ ਬਿਨਾਂ ਹਥਿਆਰ ਸਾਡਾ ਅਧੂਰਾ ਹੋ ਜਾਏਗਾ ਸਾਧ ਸੰਗਤ। ਇੱਥੇ ਯੋਧੇ ਮਹਾਬਲੀ ਸੂਰਮੇ ਬਣਾਉਣ ਵਾਸਤੇ ਪਹਿਲੀ ਸ਼ਰਤ ਕੀ ਹੈ? ਤਿੰਨ ਮਹਿ ਰਾਮ ਰਹਿਆ। ਤੇ ਜੇ ਤਿੰਨ ਮਹਿ, ਹੁਣ ਉਹ ਕਲਾ ਕਿੱਥੇ ਵਰਤਦੀ ਹੈ? ਜਦੋਂ ਸੰਗਤ ਚ ਗੁਰੂ ਕਾ ਘਾੜਤ ਕਰਦਾ। 80 ਸਾਲਾਂ ਦੇ ਬਾਬੇ ਦੇ ਹੱਥ ਵਿੱਚ 18 ਸਿਰ ਦਾ ਖੰਡਾ ਫੜਾਇਆ, ਜੋਧ ਮਹਾਬਲ ਸੂਰ। ਪਰ ਤਿਆਰੀ ਕਿੱਦਾਂ ਹੋਈ ਜੀ? ਪਹਿਲਾਂ ਜਿਹਨੇ ਭੈ ਨੂੰ ਜਿੱਤ ਲਿਆ, ਜਿਹਨੇ ਲਾਲਸਾ ਨੂੰ ਜਿੱਤ ਲਿਆ, ਜਿਹਨੇ ਖੌਫ ਜਿੱਤ ਲਿਆ, ਜਿਹਨੇ ਆਪਣੀਆਂ ਬੰਦੇ ਦੀ ਮਰਨ ਤੱਕ ਆਸਾਂ ਹੁੰਦੀ, ਹਾਏ ਮੇਰੇ ਨਾਲ ਬਣੇਗਾ ਕੀ, ਅਸੀਂ ਨਹੀਂ ਨਿੱਤਰਦੇ ਪਏ। ਜਿਹੜਾ ਲਕੀਰ ਖਿੱਚ ਕੇ ਤੁਰ ਪਿਆ, ਖੰਡੇ ਦੀ ਲਕੀਰ ਖਿੱਚ ਕੇ। ਅਸੀਂ ਬਾਬਾ ਦੀਪ ਸਿੰਘ ਜੀ ਦਾ ਨਾਂ ਅੱਜ ਲੈ ਰਹੇ ਹਾਂ, ਪਰ ਕਾਹਦੇ ਵਾਸਤੇ ਲੈ ਰਹੇ ਹਾਂ? ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਲਿਆ,
ਸਾਨੂੰ ਆਹ ਕੁਝ ਮਿਲਿਆ, ਆਹ ਕੁਝ ਮਿਲਿਆ, ਪਰ ਬਾਬਾ ਦੀਪ ਸਿੰਘ ਜੀ ਦਾ ਲਕੀਰ ਖਿੱਚਣਾ ਭੁੱਲ ਗਿਆ ਸਾਨੂੰ ਕਿ ਬਾਬਾ ਦੀਪ ਸਿੰਘ ਜੀ ਮਿਲਣ ਦੀ ਗੱਲ ਨਹੀਂ ਕਰ ਰਹੇ, ਸਿਰ ਦੇਣ ਦੀ ਗੱਲ ਵੀ ਕਰ ਰਹੇ। ਅਸੀਂ ਬਿਜ਼ਨਸ ਵਾਸਤੇ ਲੈ ਰਹੇ ਹਾਂ। ਉਹ ਤੇ 80 ਸਾਲਾਂ ਦਾ ਬੁੱਢਾ ਸੀ, ਮਾਫ ਕਰਿਓ, ਪਰ ਯੋਧਾ, ਮਹਾਬਲੀ, ਸੂਰਮਾ। ਗੁਰੂ ਸਾਹਿਬ ਜੀ ਤੇ ਸਾਨੂੰ ਕਹਿੰਦੇ ਆ 17 ਕਾ ਮਤਹੀਣ 80 ਕਾ ਵਿਵਹਾਰ ਨਾ ਭਾਵੇ, 90 ਕਾ ਸਹਿਜਾਸਨੀ। ਮੰਜੇ ਤੋਂ ਨਹੀਂ ਉੱਠ ਸਕਦਾ ਜਦੋਂ 90 ਦਾ ਹੋ ਗਿਆ। ਉਹ 90 ਨੂੰ ਢੁੱਕੇ ਪਏ ਨੇ। ਬਾਣੀ 'ਚ ਤੇ ਅਸੀਂ ਪੜ੍ਹਦੇ ਹਾਂ ਵੀ 17 ਦਾ ਮਤਹੀਣ ਹੋ ਜਾਂਦਾ, 80 ਦਾ ਕੰਮਕਾਜ ਕਰਨ ਤੋਂ ਰਹਿ ਜਾਂਦਾ। ਉਹ 80 ਦੇ ਹੋ ਚੁੱਕੇ ਆ। ਕਦੀ ਸੋਚਿਆ? ਕਿਉਂਕਿ ਉਹਨਾਂ ਨੇ ਕੱਲਾ ਤਲਵਾਰ ਚਲਾਉਣੀ ਨਹੀਂ ਸੀ ਸਿੱਖੀ, ਉਹ ਸੂਰਮੇ ਘੜੇ ਗਏ ਸੀ। ਤਿੱਥੈ ਘੜੀਐ ਸੁਰਤ, ਸੁਰਤ ਘੜੀ ਸੀ ਨਾ ਜੀ। ਤੇ ਜਿੱਥੇ ਸੁਰਤ ਪ੍ਰਬਲ ਹੋਵੇ ਉੱਥੇ ਪਤਾ ਕੀ ਕਿਹਾ ਗੁਰੂ ਸਾਹਿਬ ਨੇ? ਸਾਡੇ ਸਵਾਲ ਦਾ ਜਵਾਬ ਹੈ ਵੀ ਜੀ 80 ਸਾਲਾਂ ਦਾ ਬਾਬਾ ਕਿੱਦਾਂ ਖੰਡਾ ਚਲਾ ਲੂਗਾ ਜੀ, ਕਿਵੇਂ ਲੱਖਾਂ ਦਾ ਮੁਕਾਬਲਾ ਕਰ ਲੂਗਾ ਜੀ। ਉੱਥੇ ਸੁਰਤ ਘੜੀ ਗਈ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਦੁਨੀਆ ਤੇ ਲਾਗੂ ਹੁੰਦਾ ਵੀ 17 ਕਾ ਮਤਹੀਣ ਤੇ 80 ਕਾ ਵਿਵਹਾਰ ਨਾ ਭਾਵੈ, ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਤਿੱਥੈ ਘੜੀਐ ਸੁਰਤ ਮਤ ਮਤ ਬੁੱਧ। ਉਹ ਘੜਨੀ ਸ਼ਬਦ ਨੇ, ਤੇ ਸ਼ਬਦ ਨਾਲ ਘੜਨ ਤੋਂ ਬਿਨਾਂ ਸਾਰੀ ਜ਼ਿੰਦਗੀ ਹਥਿਆਰ ਚਲਾਣੇ ਸਿੱਖ ਲਓ। ਗੁਰੂ ਦੀ ਵਿਚਾਰ ਤੋਂ ਬਿਨਾਂ ਉਹ ਹਥਿਆਰ ਕੁਝ ਨਹੀਂ ਸਵਾਰਨਗੇ ਸਾਡਾ। ਪਹਿਲਾਂ ਕੀ ਕੀਤਾ? ਜਾਂ ਕਉ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਅਗਲਾ ਸਟੈਪ ਕੀ ਹੈ? ਸੋ ਕਹੀਅਤ ਹੈ ਸੂਰਾ। ਦੁਸ਼ਮਣ ਜਿੱਤਣ ਦੀ ਬਾਅਦ ਚ ਗੱਲ ਕੀਤੀ, ਪਹਿਲਾਂ ਕੀ ਕੀਤੀ? ਆਤਮ ਜਿਣੈ ਨਿਜ ਜਿੱਤਿਆ। ਆਤਮ ਜਿਣੈ ਸਗਲ ਵਸ ਤਾਂਕੈ। ਜਾਂਕਾ ਸਤਿਗੁਰੂ, ਸਿਰ ਤੇ ਗੁਰੂ ਦਾ ਹੱਥ। ਆਤਮ ਜਿਣੈ ਤਿੱਥੈ ਘੜੀਐ ਸੁਰਤ, ਤੇ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ ਘੜੀ ਆ ਉਹ ਗੁਰਮੁਖ ਬੁੱਢੇ ਕਦੇ ਨਹੀਂ। ਉਹ 18 ਸਿਰ ਦਾ ਖੰਡਾ ਚੁੱਕ ਕੇ ਆਪਣੇ ਮਿਸ਼ਨ ਲਈ, ਆਪਣੇ ਮਕਸਦ ਲਈ, ਆਪਣੀ ਏਮ ਲਈ, ਜ਼ਿੰਦਗੀ ਦਾ ਨਿਸ਼ਾਨੇ ਲਈ ਜੂਝਣ ਲਈ ਤੁਰ ਪੈਂਦੇ ਆ। ਨਾ ਸਰੀਰਕ ਕਮਜ਼ੋਰੀ ਹੈ, ਨਾ ਮਾਨਸਿਕ ਕਮਜ਼ੋਰੀ ਹੈ। ਇਸ ਘਾੜਤ ਤੋਂ ਸੱਖਣੇ ਅੱਜ ਅਸੀਂ, ਮਾਫੀ ਮੰਗਦਾ, ਬਹੁਤ ਵੱਡੀਆਂ ਗੱਲਾਂ ਕਰ ਰਹੇ ਹਾਂ, ਪਰ ਇਹ ਜਿਹੜੀ ਸ਼ਬਦ ਨੇ ਘਾੜਤ ਘੜਨੀ ਸੀ, ਜਿਹੜੀ ਕਰਮਖੰਡ ਦੀ ਰਹਿਮਤ ਵਰਤਣੀ ਸੀ, ਉਹਦੇ ਤੋਂ ਬਿਨਾਂ ਨਹੀਂ ਟੱਕਰ ਲਈ ਜਾਣੀ। ਸਾਧ ਸੰਗਤ ਜੀ, ਮਹਾਰਾਜ ਨੇ ਨਾ ਇੱਕ ਬਚਨ ਕਿਹਾ ਜਦੋਂ ਦੁਨੀ ਚੰਦ ਨੂੰ ਮੁਖਾਤਬ ਹੋਏ ਕਲਗੀਧਰ ਪਿਤਾ। ਸਤਿਗੁਰੂ ਕਹਿੰਦੇ ਬੜਾ ਬਲਵਾਨ ਹੈ ਦੁਨੀ ਚੰਦ। ਸਰੀਰਕ ਤੌਰ ਤੇ ਬਹੁਤ ਡੀਲ ਡੌਲ ਸੀ ਦੁਨੀ ਚੰਦ ਦੀ। ਸਾਰਿਆਂ 'ਚ ਵੱਖਰੀ ਡੀਲ ਡੌਲ ਸੀ ਦੁਨੀ ਚੰਦ ਦੀ। ਕੱਦ ਕਾਠ, ਸਰੀਰਕ ਜੁੱਸਾ, ਏਡਾ ਤਗੜਾ ਭਾਰੀ ਜੁੱਸਾ ਸੀ। ਤੇ ਮਹਾਰਾਜ ਨੇ ਇਤਿਹਾਸ ਵਿੱਚ ਇਹ ਵੀ ਆਉਂਦਾ, ਮਹਾਰਾਜ ਨੇ ਕਿਹਾ ਸੀ ਹਾਥੀਆਂ ਦਾ, ਸਾਡਾ ਹਾਥੀ ਹੈਗਾ, ਹਾਥੀ ਵਰਗਾ ਜੁੱਸਾ। ਪਰ ਕਿੰਨਾ ਕਮਜ਼ੋਰ ਸੀ ਅੰਦਰੋਂ ਜੀ। ਦੂਸਰੇ ਪਾਸੇ ਜਦੋਂ ਅਸੀਂ ਭਾਈ ਬਚਿੱਤਰ ਸਿੰਘ ਜੀ ਦਾ ਸਰੂਪ ਵੇਖਦੇ ਹਾਂ ਇਤਿਹਾਸ ਵਿੱਚੋਂ, ਬਹੁਤਾ ਕੱਦ ਕਾਠ ਵੱਡਾ ਨਹੀਂ ਸੀ ਉਹਨਾਂ ਦਾ, ਕੱਦ ਮਧਰਾ ਜਿਹਾ ਸੀ, ਗਠੀਲਾ ਜਿਹਾ ਸਰੀਰ ਸੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਹ ਬੁੱਧ ਘੜੀ ਨਹੀਂ ਸੀ ਦੁਨੀ ਚੰਦ ਦੀ। ਇਸ ਵਾਸਤੇ ਬੁੱਧ ਨੇ ਕਿਹਾ ਮੈਨੂੰ ਮਰਵਾ ਦੇਣਗੇ, ਮੈਨੂੰ ਭੱਜ ਜਾਣਾ ਚਾਹੀਦਾ, ਮੇਰੇ ਸਰੀਰ ਦਾ ਨੁਕਸਾਨ ਹੋ ਜਾਏਗਾ। ਭੱਜ ਗਿਆ, ਭੱਜ ਜਾ। ਮਹਾਰਾਜ ਨੇ ਵੀ ਮੌਕਾ ਦਿੱਤਾ ਹੋਏਗਾ। ਗੁਰੂ ਸਾਹਿਬ ਨੂੰ ਕਿਹੜਾ ਪਤਾ ਨਹੀਂ ਵੀ ਭੱਜਣਾ। ਤੇ ਭੱਜਦਿਆਂ ਸਰੀਰ ਦਾ ਨੁਕਸਾਨ ਵੀ ਹੋਇਆ ਤੇ ਮਰਿਆ ਵੀ। ਭੱਜਦਿਆਂ ਲੱਤ ਟੁੱਟ ਗਈ, ਮੁੜ ਕੇ ਬਿਸਤਰੇ ਤੇ ਪਏ ਤੇ ਸੱਪ ਲੜ ਗਏ ਜਾ ਕੇ ਅੰਮ੍ਰਿਤਸਰ ਸਾਹਿਬ। ਠੀਕ ਹੈ, ਉਹਦੇ ਖਾਨਦਾਨ ਨੇ, ਧੰਨ ਨੇ ਉਹ ਸੂਰਮੇ, ਉਹਨਾਂ ਆ ਕੇ ਦਾਗ ਧੋਤੇ, ਕੁਰਬਾਨੀਆਂ ਦਿੱਤੀਆਂ ਭਾਈ ਸਰੂਪ ਸਿੰਘ ਹੋਰਾਂ, ਉਹਦੇ ਪੋਤਿਆਂ। ਪਰ ਜਿੰਨੀ ਦੇਰ ਸ਼ਬਦ ਦੇ ਨਾਲ ਘਾੜਤ ਨਹੀਂ ਘੜੀ ਜਾਂਦੀ, ਇਹ ਜੁੱਸੇ, ਇਹ ਬਲ, ਇਹ ਤਾਕਤਾਂ ਸਾਡਾ ਕੁਝ ਨਹੀਂ ਸਵਾਰ ਸਕਣਗੀਆਂ। ਯਕੀਨ ਕਰਿਓ। ਇੱਕ ਹੋਰ ਬੇਨਤੀ ਕਰਾਂ ਤੁਹਾਡੇ ਚਰਨਾਂ 'ਚ। ਜਿਹੜੀ ਗੱਲ ਕੌਮ ਦਾ ਸਿਧਾਂਤ ਹੈ, ਭਾਵੇਂ ਚੰਦਕੂ ਸਿੱਖ ਬੈਠੇ ਹੁੰਦੇ ਆ, ਪਰ ਇਹ ਗੱਲਾਂ ਸਿਧਾਂਤ ਨੇ ਜਿਹੜੀਆਂ ਸਦਾ ਰਹਿਣੀਆਂ ਨੇ। ਹੁਣ ਇਹ ਦੋ ਪੰਕਤੀਆਂ ਕਹਿ ਕੇ ਰਹੀਆਂ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ। ਇਹ ਇੱਕ ਜਿਹੜਾ ਭੁਲੇਖਾ ਹੈ ਨਾ ਲੋਕਾਂ ਦੇ ਵਿੱਚ,
ਜਾਂ ਭੁਲੇਖਾ ਪਾਇਆ ਜਾ ਰਿਹਾ। ਸਿੱਖਾਂ ਨੂੰ ਦੋ ਰੂਪਾਂ 'ਚ ਵੰਡਿਆ ਜਾ ਰਿਹਾ ਅੱਜ। ਕੁਝ ਅਣਜਾਣਪੁਣੇ 'ਚ ਆਪਣੇ ਆਪ ਨੂੰ ਪੇਸ਼ ਕਰਦੇ ਆ ਤੇ ਕੁਝ ਜਾਣ ਬੁੱਝ ਕੇ ਵੀ, ਸ਼ੈਤਾਨੀ ਸੋਚ ਨਾਲ ਵੀ, ਕਿ ਦੋ ਤਰ੍ਹਾਂ ਦੇ ਸਿੱਖ ਨੇ। ਉਹ ਦੋ ਤਰ੍ਹਾਂ ਦੇ ਸਿੱਖ ਮੰਨਣ ਵਾਲੇ ਕਹਿੰਦੇ ਆ ਵੀ ਇੱਕ ਮਾਲਾ ਫੇਰਨ ਵਾਲੇ ਸਿੱਖ ਨੇ, ਇੱਕ ਤੇਗ ਚੁੱਕਣ ਵਾਲੇ ਸਿੱਖ ਨੇ। ਵੱਖਰੇ ਵੱਖਰੇ ਮੰਨਦੇ ਹੋ। ਮੈਂ ਇਹ ਵਿਦਵਾਨਾਂ ਕੋਲੋਂ ਸਟੇਜਾਂ ਤੋਂ ਵੀ ਸੁਣੀਆਂ, ਬਚਪਨ 'ਚ ਸੁਣਨ ਦਾ ਸੁਭਾਅ ਸੀ ਬੜਾ। ਉਹ ਕਹਿੰਦੇ ਦੋ ਤਰ੍ਹਾਂ ਦੇ ਸੂਰਮੇ ਹੁੰਦੇ ਆ, ਇੱਕ ਤੇ ਸੂਰਾ ਸੋ ਪਹਿਚਾਨੀਆਂ ਜੋ ਲੜੈ ਦਿਨ ਕਹੇ। ਮੈਂ ਸੁਣਿਆ ਜੀ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਇਸ ਲਈ ਨਹੀਂ ਕਿਸੇ ਨੂੰ ਨੀਵਾਂ ਦੱਸਣ ਲਈ ਕਹਿ ਰਿਹਾ, ਸਿਰਫ ਇਸ ਲਈ ਕਿ ਸਾਨੂੰ ਸਮਝ ਆ ਜਾਏ ਗੁਰੂ ਕੀ ਕਹਿ ਰਿਹਾ। ਮੇਰੀ ਵੀ ਸੋਚ ਨਹੀਂ ਸਾਧ ਸੰਗਤ, ਗੁਰੂ ਕੀ ਆਖ ਰਿਹਾ। ਇੱਕ ਤੇ ਇਹ ਮੰਨਿਆ ਜਾਂਦਾ ਵੀ ਜੋ ਲੜੈ ਮਤਲਬ ਜੂਝਣ ਵਾਲੇ, ਤੇਗ ਚਲਾਉਣ ਵਾਲੇ, ਬੰਦ ਕਟਾਉਣ ਵਾਲੇ, ਪੁਰਜਾ ਕੱਟ ਮਰੈ, ਅਸੀਂ ਕਿਹਾ ਸੂਰਮੇ। ਤੇ ਦੂਜੀ ਕੈਟਾਗਰੀ ਕਹਿੰਦੇ ਜੀ ਉਹ ਹੁੰਦੇ ਆ ਜਿਹੜੇ ਨਾਮ ਜਪਦੇ ਆ, ਸਾਧੂ ਸੰਤ। ਗੁਰੂ ਸਾਹਿਬ ਜੀ ਕਹਿੰਦੇ ਵੀ ਨਹੀਂ ਭਾਈ, ਇਹ ਭੁਲੇਖੇ ਚੋਂ ਨਿਕਲ ਜਾਓ। ਇਹ ਦੋ ਸੋਚਾਂ ਵੰਡਣ ਵਾਲਿਆਂ ਨੇ ਨਾ, ਪਤਾ ਕਿੱਡੀ ਖਤਰਨਾਕ ਖੇਡ, ਇਹਦਾ ਬੀਜ ਕਿੰਨੇ ਖਤਰਨਾਕ ਨੇ। ਅਸੀਂ ਕਈ ਵਾਰੀ ਕਹਿੰਦੇ ਚਲੋ ਕੋਈ ਗੱਲ ਨਹੀਂ ਜੀ, ਇਹ ਤੇ ਆਮ ਹੀ ਗੱਲ ਹੈ। ਨਹੀਂ, ਬਹੁਤ ਖਤਰਨਾਕ ਹੈ। ਇਹ ਦੋ ਤਰ੍ਹਾਂ ਦੀ ਸੋਚ ਨੂੰ ਵੰਡਣ ਵਾਲਿਆਂ ਨੇ ਨਾ, ਵੀ ਦੋ ਹਿੱਸਿਆਂ 'ਚ ਵੰਡਣ ਵਾਲਿਆਂ, ਉਹਨਾਂ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵੀ ਵੰਡ ਦਿੱਤੇ। ਅੱਜ ਤੁਹਾਨੂੰ ਬਹੁਤ ਲੋਕੀ ਮਿਲਣਗੇ ਜਿਹੜੇ ਕਹਿੰਦੇ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ। ਜੇ ਇਹ ਨਾਮ ਹੀ ਨਾ ਕਹਿਣ ਵੀ ਨਹੀਂ ਆ, ਚਲੋ ਕਹਿਣਾ ਔਖਾ ਲੱਗਦਾ, ਪਰ ਉਹ ਜਦੋਂ ਵੀ ਚਰਚਾ ਕਰਨਗੇ ਗੁਰੂ ਨਾਨਕ ਸਾਹਿਬ ਦੀ ਕਰਨਗੇ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਕਰਨਗੇ। ਇੱਥੋਂ ਤੱਕ ਮੈਂ ਵੇਖਿਆ, ਖਤਰਨਾਕ ਖੇਡ ਹੈ, ਮੈਂ ਕੌਮ ਦਾ ਚੌਕੀਦਾਰ ਹੋਣ ਦੇ ਨਾਤੇ ਕਹਿ ਰਿਹਾ। ਇੱਥੋਂ ਤੱਕ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਫਤਿਹ ਨਹੀਂ ਬੁਲਾਉਂਦੇ। ਜਿਹੜਾ ਬੋਲਿਆ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਜਿਹੜੇ ਸਾਡੇ ਰਹਿਤਨਾਮਿਆਂ ਨੇ ਕਿਹਾ ਵੀ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਦੋਂ ਸਿੱਖ ਨੂੰ ਮਿਲੇ ਤੇ ਕੀ ਕਰੇ? ਸਿੱਖ ਮੁਖਾਤਬ ਹੋਏ, ਸਿੱਖ ਇੱਥੇ ਬੈਠੇ ਤੇ ਸਿੱਖ ਕੀ ਕਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਨੂੰ ਐਸੀਆਂ ਜਮਾਤਾਂ ਮਿਲਣਗੀਆਂ ਜਿਨ੍ਹਾਂ ਨੇ ਕਿਹਾ ਨਹੀਂ, ਫਤਿਹ ਬੁਲਾਣੀ ਛੱਡਤੀ। ਧੰਨ ਗੁਰੂ ਨਾਨਕ ਦਾ ਨਾਂ ਲਵਾਂਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਲਵਾਂਗੇ। ਗੁਰੂ ਗੋਬਿੰਦ ਸਿੰਘ ਜੀ ਦੇ ਹੱਥ 'ਚ ਤੇਗ ਹੈ। ਤੇ ਉਹਦੇ ਰਿਜ਼ਲਟ ਕੀ ਹੋਏ? ਠੀਕ ਆ, ਅਸੀਂ ਤੇ ਅੱਖਾਂ ਮੀਟੀਆਂ, ਸਾਨੂੰ ਕੀ ਲੱਗੇ ਜੀ? ਸਾਡੀ ਵਿਦਵਤਾ ਕਾਇਮ ਰਹਿਣੀ ਚਾਹੀਦੀ ਹੈ, ਸਾਡੀ ਰੋਟੀ ਚੱਲਣੀ ਚਾਹੀਦੀ ਹੈ, ਸਾਨੂੰ ਕੀ ਲੱਗੇ? ਪਰ ਉਹਦੇ ਰਿਜ਼ਲਟ ਕੀ ਨਿਕਲੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਪੰਥ ਦੇ ਨਿਸ਼ਾਨ ਗਾਇਬ ਹੋ ਗਏ ਗੁਰਦੁਆਰਿਆਂ 'ਚ। ਅਸੀਂ ਤੇ ਗੁਰੂ ਨਾਨਕ ਦੇ ਸਿੱਖ ਹਾਂ। ਅਸੀਂ ਖਾਲਸੇ ਪਰਚਮ ਕਦ ਲਈ ਚਲਾਉਣਾ? ਅਸੀਂ ਦੋ ਧਾਰੇ ਖੰਡੇ ਵਾਲਾ ਕਦ ਲਈ ਚਲਾਉਣਾ? ਔਰ ਅਸੀਂ ਮਸਤ ਰਹੇ। ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਇਹ ਪੰਕਤੀ ਸਮਝ ਆ ਜਾਏ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ। ਹੁਣ ਜਿਨ੍ਹਾਂ 'ਚ ਰਾਮ ਰਿਹਾ ਭਰਪੂਰ ਉਹ ਕੌਣ ਹੈ? ਸੰਤ। ਤੇ ਜਿਹੜੇ ਜੋਧ ਮਹਾਬਲ ਸੂਰ ਆ ਕੌਣ ਨੇ? ਸਿਪਾਹੀ। ਆਹ ਸੁਮੇਲ ਹੈ ਸੰਤ ਤੇ ਸਿਪਾਹੀ ਦਾ। ਵਿਰੋਧੀ ਸਾਜ਼ਿਸ਼ ਨਾਲ ਕਹਿ ਰਿਹਾ ਤੇ ਅਸੀਂ ਅਗਿਆਨਤਾ 'ਚ ਪ੍ਰਵਾਨ ਕਰ ਲਿਆ ਕਿ ਇਹ ਗਰਮ ਦਲੀਏ ਸਿੱਖ ਨੇ, ਆਹ ਨਰਮ ਦਲੀਏ ਸਿੱਖ ਨੇ। ਕਦੀ ਸਿੱਖ ਗਰਮ ਦਲੀਆ ਤੇ ਨਰਮ ਦਲੀਆ ਨਹੀਂ ਹੁੰਦਾ। ਸਿੱਖ ਸਿਰਫ ਸਿੱਖ ਹੁੰਦਾ। ਤੇ ਉਹੀ ਸਿੱਖ ਜਿਹੜਾ ਚੌਂਕੜੇ ਮਾਰ ਕੇ, ਸਮਾਧੀ ਲਾ ਕੇ ਦਮਦਮਾ ਸਾਹਿਬ ਬੰਦਗੀ ਕਰਦੇ ਆ। ਜਾ ਕੇ ਦਰਸ਼ਨ ਕਰਦੇ ਹੋ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਦੇ ਸਥਾਨ ਦੇ? ਗਰਮੀ ਬਹੁਤ ਹੁੰਦੀ ਸੀ, ਰੇਤਲੇ ਇਲਾਕੇ ਸੀ, ਤੇ ਉਹਨਾਂ ਨੇ, ਅੱਜ ਵੀ ਤੁਸੀਂ ਬੀਕਾਨੇਰ ਜਾਓ, ਹਰ ਘਰ ਦੇ ਅੰਦਰ ਇੱਕ ਕਮਰਾ ਬੇਸਮੈਂਟ 'ਚ ਬਣਿਆ ਹੋਇਆ। ਹਰ ਘਰ 'ਚ ਬੀਕਾਨੇਰ ਦੇ ਇਲਾਕੇ 'ਚ ਪਾਣੀ ਦੀ ਤੋਟ ਹੁੰਦੀ ਸੀ, ਉੱਚਾ ਟਿੱਬਾ ਸੀ। ਬਾਬਾ ਦੀਪ ਸਿੰਘ ਜੀ ਹੇਠਾਂ ਬਹਿੰਦੇ ਆ, ਕਮਰਾ ਅੱਜ ਵੀ ਬਣਿਆ ਹੋਇਆ। ਉੱਥੇ ਛੋਲੇ ਰੱਖ ਲੈਂਦੇ, ਉੱਥੇ ਪਾਣੀ, ਘੜੇ ਵੀ ਨੇ ਕੰਧਾਂ ਦੇ ਵਿੱਚ ਅੱਜ ਵੀ ਮੌਜੂਦ। ਹੁਣ ਕਲਮ ਚਲਾਉਣ ਵਾਲਾ ਵਿਦਵਾਨ, ਬਾਣੀ ਦੀ ਪੋਥੀਆਂ ਲਿਖਣ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਨ ਵਾਲੇ, ਬੰਦਗੀ ਕਰਨ ਵਾਲੇ, ਨਾਮ ਦੇ ਰਸੀਏ, ਪੂਰਾ ਰੂਹਾਨੀ ਜਲਾਲ ਜਿਨ੍ਹਾਂ ਦੇ ਚਿਹਰੇ ਤੋਂ ਝਲਕਦਾ, ਉਹ ਤੇ ਸੰਤ ਨੇ। ਉਹ ਤੇ ਨਰਮ ਦਲੀਏ ਨਜ਼ਰ ਆਉਂਦੇ ਆ, ਲੰਗਰ ਵਰਤਾਉਂਦੇ ਆ, ਲੋਕਾਂ ਦੇ ਦੁੱਖ ਸੁੱਖ ਸੁਣਦੇ ਆ, ਬਾਣੀ ਦਾ ਪ੍ਰਚਾਰ ਕਰਦੇ ਆ, ਨਾਮ ਜਪਦੇ ਆ, ਜਪਾਉਂਦੇ ਆ। ਆਪ ਜਪੋ ਅਵਰੈ ਨਾਮ ਜਪਾਵੋ। ਪਰ ਉਹੀ ਨਰਮ ਦਲੀਆ ਜਦੋਂ ਕੌਮ ਦੇ ਉੱਤੇ ਕਦੀ ਕੋਈ ਆਂਚ ਆਉਂਦੀ ਹੈ, ਕੋਈ ਉਂਗਲ ਕਰਦਾ, ਕੋਈ ਜਰਵਾਣਾ ਆਉਂਦਾ, ਤੇ ਫਿਰ ਲਕੀਰ ਖਿੱਚ ਕੇ ਤੁਰ ਪੈਂਦਾ ਸੀਸ ਕੁਰਬਾਨ ਕਰ ਲਈ। ਵੱਖਰੇ ਵੱਖਰੇ ਕਿੱਦਾਂ ਕਰੋਗੇ?
ਹਰ ਸਿੱਖ, ਉਹ ਵੱਖਰੀ ਗੱਲ ਹੈ, ਪਤਾ ਨਹੀਂ ਮੇਰੇ ਗੁਰੂ ਨੇ ਕਿਹਦੇ ਸਿਰ ਤੇ ਹੱਥ ਰੱਖ ਕੇ ਕਿਹਦੇ ਕੋ ਕੀ ਸੇਵਾ ਲੈਣੀ ਹੈ। ਇੱਥੇ ਤੇ ਉਹ ਕੜਾਹੀ 'ਚ ਖੁਰਚਣਾ ਮਾਰਨ ਵਾਲੇ ਹਲਵਾਈ, ਜੇ ਅਸੀਂ ਬਾਹਰੋਂ ਵੇਖੀਏ ਤਾਂ ਕਵਾਂਗੇ ਨਾ ਉਹ ਸੰਤ ਹੈ ਨਾ ਉਹ ਸਿਪਾਹੀ ਹੈ, ਪਰ ਉਹ ਸਿੱਖ ਹੈ ਤੇ ਉਹਦੇ ਅੰਦਰ ਸੰਤ ਵੀ ਮੌਜੂਦ ਹੈ, ਉਹਦੇ ਅੰਦਰ ਸਿਪਾਹੀ ਵੀ ਮੌਜੂਦ ਹੈ। ਉਹ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਜੀ, ਮੈਨੂੰ ਜੇ ਸ਼ਸਤਰ ਨਹੀਂ ਚਲਾਉਣੇ ਆਉਂਦੇ, ਖੁਰਚਣਾ ਤੇ ਚਲਾਉਣਾ ਹੁੰਦਾ ਭੰਗਾਣੀ ਦੇ ਯੁੱਧ 'ਚ। ਇਹ ਗੱਲਾਂ ਬਹੁਤ ਛੋਟੀਆਂ ਲੱਗਦੀਆਂ, ਬੜੀਆਂ ਮਾਈਨਰ ਲੱਗਦੀਆਂ, ਪਰ ਬੀਜ ਬਹੁਤ ਖਤਰਨਾਕ ਨੇ। ਅਸੀਂ ਵੀ ਕਿਹਾ ਪ੍ਰਵਾਨ ਕਰ ਲਈ ਵੰਡ ਜੀ, ਅਸੀਂ ਤੇ ਜੀ ਇਹਨਾਂ ਦੇ ਨਾਲ ਹੈ ਨਹੀਂ, ਇਹ ਤੇ ਗਰਮ ਨੇ ਜੀ। ਜੋਧ ਮਹਾਬਲ ਸੂਰ, ਜੁੱਝਣ ਵਾਲੇ ਸੂਰਮੇ ਮਹਾਬਲੀ ਤੇ ਅੰਦਰ ਕੀ ਵਰਤ ਰਿਹਾ? ਤਿੰਨ ਮਹਿ ਰਾਮ ਰਹਿਆ ਭਰਪੂਰ, ਮੌਜੂਦ ਹਾਜ਼ਰ ਨਾਜ਼ਰ, ਵਸਿਆ ਹਰ ਸ਼ੈ ਲਿਵ ਲੱਗੀ ਹੋਈ ਨਿਰੰਤਰ, ਇੱਕ ਸੈਕਿੰਡ ਵੀ ਨਹੀਂ ਟੁੱਟ ਰਹੇ। ਏਡੇ ਮਹਾਂਪੁਰਖ, ਇੰਨੇ ਤਪਸਵੀ, ਇੰਨੀਆਂ ਸੰਤ ਰੂਹਾਂ, ਤੇ ਉਹ ਸੰਤ ਰੂਹਾਂ ਤਿਆਰ ਬਰ ਤਿਆਰ, ਬਾਣੀ ਦੇ ਰਸੀ, ਹਰ ਵੇਲੇ ਕੀ ਨਿਤਨੇਮ ਨਾਲ ਜੋੜਿਆ, ਕੱਲੇ ਕੱਲੇ ਸਿੱਖ ਨੂੰ, ਕੱਲੇ ਕੱਲੇ ਸਿੱਖ ਨੂੰ ਬੰਦਗੀ ਨਾਲ ਜੋੜਿਆ ਕਿ ਵੱਖਰੇ ਵੱਖਰੇ ਬਣਾਇਆ ਸੀ। ਤੋ ਇਹਦਾ ਮੁੱਢ ਕੌਣ ਬੰਨ ਰਹੇ ਨੇ? ਗੁਰੂ ਨਾਨਕ ਸਾਹਿਬ। ਜਦੋਂ ਅਸੀਂ ਵਿਚਾਰ ਵੇਖਾਂਗੇ ਨਾ, ਤੇ ਫਿਰ ਕਦੀ ਨਹੀਂ ਲੱਗੇਗਾ ਕਿ ਗੁਰੂ ਗੋਬਿੰਦ ਸਿੰਘ ਵੱਖਰੇ ਨੇ ਤੇ ਗੁਰੂ ਨਾਨਕ ਵੱਖਰੇ ਨੇ। ਜਦੋਂ ਅਸੀਂ ਸਰੀਰਾਂ ਨੂੰ ਗੁਰੂ ਮੰਨਾਂਗੇ, ਫੋਟੋਆਂ ਨੂੰ ਗੁਰੂ ਮੰਨਾਂਗੇ, ਤੇ ਫਿਰ ਫੋਟੋ 'ਚ ਕਵਾਂਗੇ ਵੀ ਗੁਰੂ ਨਾਨਕ ਵੱਖਰਾ ਤੇ ਗੁਰੂ ਗੋਬਿੰਦ ਸਿੰਘ ਵੱਖਰਾ। ਪਰ ਜਿੱਦਣ ਵਿਚਾਰ ਨੂੰ ਗੁਰੂ ਮੰਨਿਆ, ਸਿੱਖੀ ਸਿੱਖਿਆ ਗੁਰ ਵਿਚਾਰ, ਉਦੋਂ ਨਹੀਂ ਪਤਾ ਲੱਗੇਗਾ ਵੀ ਬਈ ਵੱਖਰੇ ਨੇ। ਜੇ ਉਹ ਗੁਰੂ ਨਾਨਕ ਕਹਿ ਰਹੇ ਨਾ, ਅਕਾਲ ਮੂਰਤ ਅਜੂਨੀ ਸਹਿ ਭੰਗ, ਤੇ ਦਸਵੇਂ ਸਰੂਪ 'ਚ ਕੀ ਕਹਿ ਰਹੇ ਨੇ? ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੈਣ, ਜੇ ਕਿਤੇ ਵਿਚਾਰ ਵੱਖਰੀ ਹੁੰਦੀ। ਜੇ ਉੱਥੇ ਕਿਹਾ ਵੀ ਭਾਈ ਉਹ ਜੰਮਦਾ ਨਹੀਂ ਮਰਦਾ ਨਹੀਂ, ਤੇ ਇੱਥੇ ਕੀ ਕਿਹਾ? ਨਾ ਪੁੱਤਰ ਹੈ ਨਾ ਪੁੱਤਰ ਹੈ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਤਾਤਾ ਹੈ ਨਾ ਮਾਤਾ ਹੈ। ਕਿਹੜੇ ਖਾਨਦਾਨ ਦੀ ਗੱਲ ਕਰ ਰਹੇ ਹੋ? ਉਹ ਜੰਮਣ ਵਾਲਾ ਨਹੀਂ ਹੈ। ਇਸ ਲਈ ਜਿੱਦਣ ਅਸੀਂ ਵਿਚਾਰ ਨੂੰ ਗੁਰੂ ਸਮਝਣ ਲੱਗ ਪਏ, ਤੇ ਕੱਲਾ ਫਿਰ ਇਹ ਨਹੀਂ ਦਿਸੇਗਾ ਵੀ ਹੱਥ ਵਿੱਚ ਸ੍ਰੀ ਸਾਹਿਬ ਲੈ ਕੇ ਤੇ 5 ਸਿਰਾਂ ਦੀ ਮੰਗ ਕਰ ਰਹੇ ਆ, ਉਦੋਂ ਉੱਥੇ ਵੀ ਦਿਸੇਗਾ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਇਹ ਗੁਰੂ ਨਾਨਕ ਨੇ ਕਹੇ ਸੀ ਬਚਨ। ਜਿੱਦਣ ਵਿਚਾਰ ਨੂੰ ਗੁਰੂ ਮੰਨਣ ਲੱਗ ਪਏ, ਉਦੋਂ ਸੰਤ ਤੇ ਸਿਪਾਹੀ ਵੱਖਰੇ ਨਹੀਂ ਹੋਏਗਾ। ਉਦੋਂ ਕਦੀ ਧੋਖਾ ਨਹੀਂ ਖਾਵਾਂਗੇ ਕਿ ਗਰਮ ਦਲੀਏ ਵੱਖਰੇ ਨਰਮ ਦਲੀਏ ਨਹੀਂ ਭਾਈ। ਉਹ ਤੇ ਸਤਿਗੁਰੂ ਜੀ ਕਹਿੰਦੇ ਸਿੱਖ ਸ਼ਾਂਤ ਹੈ, ਸਿੱਖ ਪਰਉਪਕਾਰੀ ਹੈ, ਸਿੱਖ ਸਿਮਰਨ ਦੀ ਮੂਰਤ ਹੈ। ਸਿੱਖ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਿੱਖ ਫਿਰ ਹੱਥ ਸ਼ਸਤਰ ਲੈ ਕੇ ਅੱਖਾਂ ਕਿਉਂ ਲਾਲ ਕਰ ਲੈਂਦਾ? ਉਹ ਕਿਹਾ ਮਹਾਰਾਜ ਨੇ ਬਚਿੱਤਰ ਨਾਟਕ ਜੱਬਾ ਬਾਣ ਲੱਗ ਗਿਓ, ਠੀਕ ਹੈ। ਫਿਰ ਕਹਿੰਦੇ ਜਦ ਭਾਸ਼ਾ ਹੁੰਦੀ ਹੈ ਨਾ ਜੀ, ਹੁਣ ਮੇਰੇ ਸੱਜਣ ਸੁਨਾਮ ਰਹਿੰਦੇ, ਤੇ ਮੈਂ ਉਹਨਾਂ ਕੋਲ ਇੱਕ ਵਾਰੀ ਗਿਆ, ਉੱਥੇ ਗਲੀ ਦੇ ਵਿੱਚ ਪਸ਼ੂ ਬਹੁਤ, ਅਵਾਰਾ ਪਸ਼ੂ ਬਹੁਤ ਜ਼ਿਆਦਾ, ਗਾਵਾਂ ਬਲਦ, ਤੇ ਉਹ ਸਾਡੇ ਮਾਲਵੇ ਵਾਲੇ ਢੱਠਾ ਕਹਿੰਦੇ ਆ, ਢੱਠੇ ਬਹੁਤ। ਉਹਨਾਂ ਮੈਨੂੰ ਦੱਸਿਆ ਵੀ ਇਹ ਤੇ ਰਾਹ ਰੋਕ ਲੈਂਦੇ ਆ, ਤੇ ਕਹਿੰਦੇ ਇੱਕ ਦਿਨ ਤੇ ਇੱਥੋਂ ਤੱਕ ਨੌਬਤ ਆ ਗਈ ਕਿ ਇੱਕ ਭੂਤਰਿਆ ਹੋਇਆ ਢੱਠਾ ਬਲਦ, ਤੇ ਉਹਨੇ ਬਹੁਤ ਪੱਧਰ ਮਚਾਇਆ, ਤੇ ਫਿਰ ਪੁਲਿਸ ਵੀ ਬੇਵੱਸ ਹੋ ਗਈ ਤੇ ਗੋਲੀ ਮਾਰਨੀ ਪਈ। ਹੁਣ ਇਹ ਗੱਲ ਮੈਂ ਕਿਉਂ ਸੁਣਾ ਰਿਹਾ? ਜਦੋਂ ਕੋਈ ਭੂਤਰ ਜਾਂਦਾ, ਜਦੋਂ ਕੋਈ ਹਲਕਾਇਆ ਜਾਂਦਾ, ਤੇ ਫਿਰ ਇਹ ਨਿਆਂ ਹੁੰਦਾ ਵੀ ਪਾਪ ਨਹੀਂ ਹੈ, ਇਹ ਹੁਣ ਹਲਕਾਇਆ ਹੋਇਆ ਕੁੱਤਾ, ਇਹ ਹੁਣ ਭੂਤਰਿਆ ਹੋਇਆ ਸਾਨ ਪਤਾ ਨਹੀਂ ਕੀ ਕੀ ਕਰ ਦੇਗਾ, ਤੇ ਫਿਰ ਮਨੁੱਖਤਾ ਦੇ ਭਲੇ ਵਾਸਤੇ, ਇਨਸਾਨਾਂ ਦੇ ਭਲੇ ਵਾਸਤੇ ਕੋਈ ਪਰਉਪਕਾਰੀ ਇਹ ਹੁੰਦਾ, ਸੰਤਪੁਣਾ ਹੀ ਇਹ ਹੁੰਦਾ ਦੂਜਿਆਂ ਨੂੰ ਬਚਾਉਣ ਵਾਸਤੇ, ਹੁਣ ਇਹਨੂੰ ਗੋਲੀ ਮਾਰ ਦੋ। ਆਹੀ ਗੁਰੂ ਸਾਹਿਬ ਨੇ ਕਿਹਾ ਸੀ, ਚੁੰਕਾਰ ਅਜ਼ ਹਮਾ ਹੀਲਤੇ ਦਰਗਜਸਤ ਹਰਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸ਼ਮਸ਼ੀਰ ਦਸਤ ਹੋਣਾ, ਸ਼ਮਸ਼ੀਰ ਦੇ ਦਸਤੇ ਤੇ ਹੱਥ, ਸ਼ਮਸ਼ੀਰ ਹੈ ਸ਼ਕਤੀ। ਕਿਉਂ ਕਹਿੰਦੇ ਆ ਪ੍ਰਥਮ ਭਗਉਤੀ ਸਿਮਰਕ ਹੈ। ਇੱਕ ਗੱਲ ਤੇ ਗੁਰੂ ਨੇ ਪੱਕੀ ਹਿਰਦੇ ਤੇ ਲਿਖ ਲਿਓ ਵੀ ਗੁਰੂ ਸਾਹਿਬ ਜੀ ਜਿਸ ਨਿਰੰਕਾਰ ਦੀ, ਜਿਸ ਸੱਚਖੰਡ ਦੀ ਗੱਲ ਕਰ ਰਹੇ, ਉੱਥੇ ਅਕਾਲ ਪੁਰਖ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਤੇ ਅਸੀਂ ਵਿਅਕਤੀ ਦੇ ਚਿੱਤਰ ਦੇ ਤਸਵੀਰ ਦੇ ਉਪਾਸ਼ਕ ਨਹੀਂ ਹੈ। ਉਹ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ, रूप रंग और रेख भेद को कह ना सकते के। प्रसाद संगत
ਸੁਣਨ ਵਾਸਤੇ ਅਸੀਂ ਤਿਆਰ ਨਹੀਂ ਹੈਗੇ, ਜਾਂ ਪਤਾ ਨਹੀਂ ਕਿਉਂ ਸਾਡੀ ਮਾਨਸਿਕਤਾ ਵੰਡੀ ਗਈ। ਅਸੀਂ ਗੁਰੂ ਦੀ ਵਿਚਾਰ ਸੁਣਨੀ ਆ, ਅਸੀਂ ਬੰਦਿਆਂ ਨੂੰ ਨਹੀਂ ਸੁਣਨਾ। ਭਾਗਾਂ ਵਾਲਿਓ, ਇਹ ਸੁਣਾਂਗੇ ਤੇ ਸਾਨੂੰ ਸਮਝ ਆਏਗੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਫੜਾਉਣ ਦਾ ਅਰਥ ਕੀ ਹੈ। ਪਹਿਲਾਂ ਸੰਤ ਫਿਰ ਸਿਪਾਹੀ। ਸਿਪਾਹੀ ਪਹਿਲਾਂ ਵੀ ਸਨ, ਬੜੇ ਕਰੂਰ ਸਨ, ਬੜੇ ਜ਼ਾਲਮ ਸਨ, ਤੇ ਗੁਰੂ ਸਾਹਿਬ ਜੀ ਨੇ ਧਰਮੀ ਨੂੰ ਜੋਧ ਮਹਾਂਬਰਸੂਰ ਇਹ ਅਵਸਥਾ 'ਚ ਲੈ ਕੇ ਗਏ ਜਦੋਂ ਅੰਦਰ ਧਰਮ ਦਾ ਪਹਿਲਾਂ ਦੀਵਾ ਜਗਾਇਆ। ਇਹ ਕਰਮ ਖੰਡ ਹੈ, ਬਖਸ਼ਿਸ਼ ਹੈ। ਫਿਰ ਉਹ ਸਮਰੱਥ ਬਣਾਉਂਦੇ ਆ ਤੇ ਉਸ ਅਵਸਥਾ 'ਚ ਜਾ ਕੇ ਵਾਹਿਗੁਰੂ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ। ਇਨ ਬਿਨ ਇੱਕ ਮਿਕ ਹੋਏ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਮੈਂ ਕਾਹਦੇ 'ਚ ਸੀਤਾ? ਮਹਿਮਾ 'ਚ, ਕੀਰਤੀ 'ਚ, ਗੁਣਾ 'ਚ, ਉਹਦੇ ਜਸ ਵਿੱਚ। ਗੁਣ ਇਹੋ ਹੋਰ ਨਾ ਹੀ ਕੋਈ, ਉਹਦੇ ਤੋਂ ਛੁੱਟ ਹੋਰ ਕੁਝ ਨਹੀਂ। ਪਰੋਤੇ ਹੋਏ, ਪੂਰੀ ਤਰ੍ਹਾਂ ਵਿੰਨੇ ਹੋਏ ਉਸੇ ਦੇ ਵਿੱਚ ਹੀ। ਪਹਿਲਾਂ ਦੋ ਟੁਕੜੇ ਹੁੰਦੇ ਆ ਤੇ ਜਦੋਂ ਸੀਦੇ ਤੇ ਫਿਰ ਜੁੜ ਜਾਂਦਾ। ਸੀਤੋ ਸੀਤਾ, ਕਾਹਦੇ 'ਚ ਸੀਤਾ ਹੋਇਆ, ਕਾਹਦੇ 'ਚ ਪਰੋਤਾ ਹੋਇਆ? ਤੇਰੀ ਵਡਿਆਈ 'ਚ, ਤੇਰੇ ਜਸ 'ਚ, ਤੇਰੀ ਮਹਿਮਾ 'ਚ। ਤਾਂ ਕਿ ਰੂਪ ਨਾ ਕਥਨੇ। ਤੂੰ ਕਿੱਦਾਂ ਵਰਤ ਰਿਹਾ ਫਿਰ? ਤੂੰ ਅਚਰਜ, ਕੁਦਰਤ ਤੇਰੀ ਬਿਸਮਾ। ਬਿਸਮ 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 ਹੀ ਪਏ। ਹੁਣ ਅਸਲ 'ਚ ਜਿਹੜਾ ਵਾਹ ਗੁਰੂ ਹੈ, ਆਏ ਤੇ ਇੱਕ ਅਵਸਥਾ ਹੈ ਨਾ, ਇਹ ਇੱਕ ਫੀਲਿੰਗ ਹੈ ਜਿੱਥੇ ਜਾ ਕੇ ਹੈ ਤਾਂ ਕਿ ਰੂਪ ਨਾ ਕਥਨੇ ਜਾਏ। ਤੇ ਜਦੋਂ ਉਹ ਅਚਰਜ ਤੇਰੀ ਕੁਦਰਤ, ਆਪਾਂ ਪੜ੍ਹਦੇ ਹਾਂ ਜੀ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ, ਖੇਲਣ ਅੰਤ ਕੋ ਫਿਰ ਏਕ। ਅਨੇਕ ਹੈ ਫਿਰ ਏਕ ਹੈ। ਇਹ ਵਾਹ ਹੈ ਵੀ ਤੂੰ ਸਾਰੇ ਤੇਰੇ ਰੂਪ ਹੈ ਤੇ ਤੂੰ ਫਿਰ ਨਿਰਲੇਪ ਹੈ ਪਾਤਸ਼ਾਹ, ਤਾਂ ਕਿ ਰੂਪ ਨਾ ਕਥਨੇ ਜਾਏ। ਸੱਚੀ ਮੁੱਚੀ ਜਿਹੜਾ ਸਾਨੂੰ ਗੁਰ ਮੰਤਰ ਦਿੱਤਾ ਹੈ, ਇਹ ਸ਼ਬਦ ਨਹੀਂ ਹੈ, ਅੱਖਰ ਨਹੀਂ ਹੈ, ਇਹ ਅਵਸਥਾ ਹੈ, ਇਹ ਫੀਲਿੰਗ ਹੈ, ਇਹ ਵਿਸਮਾਦ ਹੈ। ਜਿੱਥੇ ਜਾ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ। ਇਹਨੂੰ ਕਿਹਾ ਕਹੋ ਕਬੀਰ ਗੂੰਗੇ ਗੁੜ ਖਾਇਆ। ਜਿਵੇਂ ਉਹ ਬਸ ਫਿਰ ਦੱਸਣ ਜੋਗਾ ਨਹੀਂ ਨਾ ਹੁੰਦਾ, ਉਹ ਵਿਸਮਾਦ ਹੈ ਜਿੱਥੇ ਰਸ ਅਕਹਿ ਹੋ ਜਾਏ ਤਾਂ ਕਿ ਰੂਪ ਨਾ ਕਥਨੇ ਜਾਏ। ਕਿੱਦਾਂ ਬਿਆਨ ਕਰਾਂ, ਤੂੰ ਕਿੱਦਾਂ ਕਿੱਦਾਂ ਵਰਤ ਰਿਹਾ ਹੈ? ਕੀ ਤੇਰੀ ਖੇਡ ਹੈ, ਅਚਰਜ ਹੈ ਤੇਰੀ ਪਾਤਸ਼ਾਹ। ਇਹ ਕਰਮ, ਤਾਂ ਕਿਹਾ ਸੀ ਕਰਮਖੰਡ ਤੇ ਸੱਚਖੰਡ ਦੋਨੋਂ ਇੱਕ ਅਵਸਥਾ ਹੈ। ਤੇਰੀ ਬਖਸ਼ਿਸ਼ ਹੀ ਸੱਚਖੰਡ ਦਾ ਦੀਦਾਰ ਹੈ ਮਹਾਰਾਜ। ਨਾ ਉਹ ਮਰਹਿ ਨਾ ਠਾਗੇ ਜਾਹੇ। ਆਪਾਂ ਕੱਲ ਵੀ ਬੇਨਤੀ ਕੀਤੀ ਸੀ, ਬੜੇ ਬੜੇ ਛਲੇ ਗਏ, ਪਰ ਕੌਣ ਨਹੀਂ ਛਲੇ ਜਾਂਦੇ? ਜਿਨ ਕੈ ਰਾਮ ਵਸੈ ਮਨ ਮਾਹੀ। ਹੁਣ ਜਿਸ ਧਰਤੀ ਦਾ ਗੁਰੂ ਸਾਹਿਬ ਜੀ ਨੇ ਸੇਵਾਦਾਰ ਮੈਨੂੰ ਥਾਪਿਆ ਤੁਹਾਡੀਆਂ ਅਸੀਸਾਂ ਨਾਲ, ਉੱਥੇ ਨਾ ਜੇ ਆਪਾਂ 80 ਵਰਿਆਂ ਦੇ ਬਾਬੇ ਦੀ ਗੱਲ ਕੀਤੀ ਤਾਂ ਉੱਥੇ 9 ਤੇ 7 ਸਾਲ ਦੇ ਵੀ ਸਾਡੇ ਬਾਬੇ ਨੇ। ਉਹਨਾਂ ਨੂੰ ਛਲਣ ਦਾ ਯਤਨ ਕੀਤਾ ਜਾਂਦਾ, ਧੋਖਾ ਕਰਨ ਦਾ, ਝੂਠ ਬੋਲ ਕੇ। ਪਹਿਲਾਂ ਤੇ ਕਿਹਾ ਵੀ ਸਿੱਖ ਖਤਮ ਹੋ ਗਏ, ਤੁਹਾਡੇ ਪਿਤਾ ਜੀ ਵੀ ਖਤਮ ਹੋ ਗਏ, ਤੁਹਾਡੇ ਭਰਾ ਵੀ ਖਤਮ ਹੋ ਗਏ, ਤੁਸੀਂ ਇਕੱਲੇ ਰਹਿ ਗਏ ਹੋ, ਬਾਕੀ ਸਾਰੇ ਸਿੱਖ ਮੁੱਕ ਗਏ ਨੇ, ਸਿੱਖੀ ਮੁੱਕ ਗਈ ਆ, ਤੁਸੀਂ ਹੁਣ ਦੁਆ ਨੇ ਕੀ ਕਰਨਾ, ਛੱਡੋ ਪਰੇ, ਸਿੱਖੀ ਛੱਡ ਦਿਓ। ਝੂਠ ਨਾਲ ਠੱਗਣ ਦਾ ਯਤਨ ਕੀਤਾ, ਛਾਲਣ ਦਾ, ਧੋਖਾ ਜਿਹਨੂੰ ਕਹਿੰਦੇ ਆ, ਫਰੇਬ। ਨਾ ਉਹ ਮਰੇ ਨਾ ਠਾਗੇ ਜਾਏ, ਉਹ ਨਹੀਂ ਛਲੇ ਜਾਂਦੇ। ਉਹ ਕਹਿੰਦੇ ਵੀ ਤੁਸੀਂ ਸਮਝਦੇ ਕੀ ਹੋ ਸਾਡੇ ਪਿਤਾ ਨੂੰ? ਤੁਸੀਂ ਸਰੀਰ ਹੀ ਸਮਝਦੇ ਹੋ, ਤੁਹਾਡੀ ਦ੍ਰਿਸ਼ਟੀ ਬਹੁਤ ਛੋਟੀ ਹੈ। ਉਹਨਾਂ ਨੂੰ ਨਹੀਂ ਕੋਈ ਮਾਰ ਸਕਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਸਾਹਮਣੇ ਰਿਹਾ ਸਮਾਏ। ਸਿਰਫ ਉਮਰਾਂ ਨਾ ਵੇਖਿਓ, ਮਹਾਂਪੁਰਖ ਬ੍ਰਹਮ ਗਿਆਨੀ, ਵਾਹਿਗੁਰੂ ਚ ਭੇਦ, ਉਹ ਪਵਿੱਤਰ ਸੁਰਤਾਂ ਮਾਂ ਗੁਜਰੀ ਜੀ ਦੇ ਸੰਗ ਵਿੱਚ ਘੜੇ ਹੋਏ। ਇਹ ਸੰਗਤ ਘੜਦੀ ਆ ਸੱਚਖੰਡ ਸਾਡਾ। ਤਾਂ ਬੈਕੁੰਠ ਜਹ ਕੀਰਤਨ ਤੇਰਾ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ।
ਕਹਿੰਦੇ ਤੁਸੀਂ ਦੂਸਰੀ ਗੱਲ ਰਹੀ ਸਾਡੇ ਭਰਾ, ਤੁਸੀਂ ਕੀ ਸਮਝਦੇ, ਸਾਡੇ ਦੋ ਭਰਾ ਨੇ ਸਿਰਫ। ਜਦੋਂ ਸਾਨੂੰ ਆਨੰਦਪੁਰ ਸਾਹਿਬ ਦੇ ਵਾਸੀ ਬਣਾਇਆ ਉਦੋਂ ਸਾਰਾ ਪੰਥ ਸਾਡਾ ਭਰਾ ਹੋ ਗਿਆ, ਨਾ ਮਰੈ ਨਾ ਠੱਗ ਜਾਏ। ਫਿਰ ਇਹ ਛਾਲ ਧੋਖਾ ਨਹੀਂ ਕੰਮ ਆਇਆ। ਫਿਰ ਇੱਕ ਹੋਰ ਧੋਖਾ ਕੀਤਾ, ਕਹਿੰਦੇ ਸਿਰ ਝੁਕਾਓ, ਮਾਰ ਦਿਆਂਗੇ, ਡਰਾਵੇ। ਸਿਰ ਕਲਮ ਹੋ ਸਕਦੇ ਆ, ਨਹੀਂ ਝੁਕ ਸਕਦੇ। ਕੋਈ ਕਿੰਨਾ ਵੀ ਤਾਕਤਵਰ ਹੋਵੇ, ਕੋਈ ਪੈਸੇ ਕਰਕੇ ਤਾਕਤਵਰ ਹੈ, ਕੋਈ ਸਰੀਰ ਕਰਕੇ, ਕੋਈ ਰਿੱਧੀਆਂ, ਉਹ ਉਹਨਾਂ ਕੋਲ ਹੁਣ ਇੱਥੇ ਬਾਲ ਉਮਰਾਂ ਨੇ, ਛੋਟੀਆਂ ਉਮਰਾਂ ਨੇ, ਸਰੀਰ ਕਰਕੇ ਵੇਖੀਏ ਤੇ ਸਾਹਮਣੇ ਬੜੇ ਬੜੇ ਤਾਕਤਵਰ ਜਲਾਦ ਨੇ, ਵੱਡੀ ਉਮਰ ਵਾਲੇ ਬੈਠੇ ਆ। ਕਿਸੇ ਕੋਲ ਰਿੱਧੀਆਂ ਸਿੱਧੀਆਂ ਦੀ ਤਾਕਤ ਹੋਵੇ, ਕਿਸੇ ਕੋਲ ਸਰੀਰ ਦੀ ਤਾਕਤ ਹੋਵੇ, ਕਿਸੇ ਕੋਲ ਫੌਜਾਂ ਦੀ ਤਾਕਤ ਹੋਵੇ, ਗੁਰੂ ਦਾ ਸਿੱਖ ਕਿਸੇ ਹੋਰ ਤਾਕਤ ਅੱਗੇ ਸਿਰ ਨਹੀਂ ਝੁਕਾਉਂਦਾ। ਹੋਰ ਤਾਕਤ ਅੱਗੇ ਕਿਉਂ ਸਿਰ ਝੁਕਾਏਗਾ? ਜਿਹੜਾ ਰੋਜ਼ ਇਹ ਦ੍ਰਿੜ ਕਰਕੇ ਉੱਠਦਾ, ਤੁਮੇ ਛਾੜ ਕੋਈ ਜੋ ਬਰ ਚਾਹੂੰ ਤੁਮ ਤੇ। ਹੋਰ ਕੌਣ ਜੀਵਨ ਦਾਨ ਦੇ ਸਕਦਾ ਸਨ? ਜਦੋਂ ਇਹ ਡਰ ਨਹੀਂ ਕੰਮ ਆਇਆ ਤੇ ਫਿਰ ਉਹਨਾਂ ਧੋਖਾ ਕੀਤਾ, ਛੋਟੀ ਖਿੜਕੀ ਖੋਲ ਕੇ। ਤਿੱਥੈ ਜੋਧ ਮਹਾਬਲ ਸੂਰ। ਹਾਲਾਂਕਿ ਤੇਗ ਨਾਲ ਨਹੀਂ ਲੜ ਰਹੇ, ਵਿਚਾਰ ਨਾਲ ਲੜ ਰਹੇ ਨੇ। ਉਸ ਸਭਾ ਦੇ ਅੰਦਰ 3 ਦਿਨ ਸਭਾ ਦੇ ਵਿੱਚ ਗਏ ਮੇਰੇ ਗੁਰੂ ਦੇ ਲਾਲ। ਕਿੱਦਾਂ ਦੀ ਫਤਿਹ ਪ੍ਰਾਪਤ ਕੀਤੀ ਹੈ। ਉਹ ਯੋਧੇ ਨੇ, ਉਹ ਸੂਰਮੇ ਨੇ। ਜੇ ਜੰਗ ਚਮਕੌਰ ਦੀ ਗੜੀ ਦੀ ਜਿੱਤੀ ਹੈ ਤੇ ਜੰਗ ਸਰਹੰਦ ਦੀ ਵੀ ਜਿੱਤੀ ਹੈ। ਉੱਥੇ ਹਥਿਆਰ ਦੀ ਜੰਗ ਸੀ, ਇੱਥੇ ਵਿਚਾਰ ਦੀ ਜੰਗ ਸੀ। ਪ੍ਰਬਲ ਨੇ ਨਾ ਪੂਰੀ ਤਰ੍ਹਾਂ, ਕੱਲਾ ਗਤਕਾ ਨਹੀਂ ਸੀ ਨਾ ਸਿਖਾਇਆ। ਹੁਣ ਧੋਖਾ ਹੈ, ਛੋਟੀ ਜੀ ਖਿੜਕੀ ਕਿ ਮਜਬੂਰੀ ਵਸ ਅੰਦਰ ਦਾਖਲ ਹੋਣ ਲਈ ਸਿਰ ਝੁਕਣਗੇ ਤੇ ਅਸੀਂ ਛਾਲ ਨਾਲ ਕਵਾਂਗੇ, ਤਾੜੀਆਂ ਮਾਰ ਕੇ, ਕਿ ਝੁਕ ਗਏ ਦਸਤਾਰੇ, ਝੁਕ ਗਏ ਤਾਜ ਗੁਰੂ ਗੋਬਿੰਦ ਸਿੰਘ ਜੀ ਦੇ, ਜਿਹੜੇ ਅੱਜ ਝੁਕਦੇ ਫਿਰਦੇ। ਗਿੜਗੜ ਮਾਫੀ ਮੰਗਦਾ ਗੁਰਮੁਖੋ, ਨੈਗੇਟਿਵ ਨਹੀਂ ਮੈਂ ਜਾਣਾ ਚਾਹੁੰਦਾ। ਸਾਰਾ ਮੰਜ਼ਰ ਤੁਹਾਡੀਆਂ ਅੱਖਾਂ ਸਾਹਮਣੇ। ਉਹ ਵੱਖਰੀ ਗੱਲ ਹੈ ਵੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਪੈਸੇ ਲੈਣੇ, ਅਸੀਂ ਬੋਲਣ, ਅਸੀਂ ਕਾਹਨੂੰ ਬੋਲੀਏ। ਹੁਣ ਛਲਣ ਦਾ ਯਤਨ ਸੀ ਨਾ, ਜੋਸ਼ ਨਹੀਂ ਕੱਲਾ ਵੀ ਕੱਲੇ ਜਕਾਰੇ ਹੀ ਛੱਡੇ ਸੀ। ਹੋਸ਼ ਵੇਖੋ ਕਿ ਅੱਖੀ ਝਮਕਣ ਦੇ ਸਮੇਂ ਵਿੱਚ ਨੇਤਰ ਮਿਲਦੇ ਨੇ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ, ਤੇ ਨਿਰਣਾ ਹੋ ਜਾਂਦਾ ਕਿ ਧੋਖੇ ਨੂੰ ਕਿੱਦਾਂ ਜਵਾਬ ਦੇਣਾ। ਨਾ ਮਰੇ ਨਾ ਠਾਗੇ ਜਾਏ। ਤੇ ਜਿਹੜੇ ਆਸ ਲਾ ਕੇ ਬੈਠੇ ਸੀ ਨਾ ਕਿ 2 ਝੁਕੀਆਂ ਹੋਈਆਂ ਦਸਤਾਰਾਂ ਅੰਦਰ ਦਾਖਲ ਹੋਣਗੀਆਂ ਤੇ ਅਸੀਂ ਐਲਾਨ ਕਰ ਦਿਆਂਗੇ ਸਿਰ ਝੁਕ ਗਏ, ਉਹਨਾਂ ਨੂੰ ਕੀ ਦਿਖਾਈ ਦਿੱਤੇ? ਸਾਹਿਬਜ਼ਾਦਿਆਂ ਦੇ ਚਰਨਾਂ ਦੀ ਜੁੱਤੀਆਂ ਦੇ ਤਲੇ। ਫਿਰ ਸਿਰ ਝੁਕੇ ਉਹਨਾਂ ਦੇ। ਕੌਣ ਛੱਡ ਸਕਦਾ ਵੀ ਤਿੱਥੈ ਘੜੀਐ ਆਸੀ ਕਾੜਤ। ਸੁਰਤ, ਮਤ, ਮਨ, ਬੁੱਧ, ਇੰਨੀ ਵਿਵੇਕ ਬੁੱਧ, ਇੰਨੀ ਉੱਚੀ ਸੁਰਤ, ਇੰਨਾ ਟਿਕਿਆ ਹੋਇਆ ਮਨ। ਕੋਈ ਲੋਭ, ਕੋਈ ਛਾਲ ਕਿਹੜਾ ਉਹਨੂੰ ਡੁਲਾ ਜੂ ਪਈ। ਆਹ ਹੈ ਬਖਸ਼ਿਸ਼ ਦਾ ਖੰਡ ਸਾਧ ਸੰਗਤ, ਆਹ ਹੈ ਅਵਸਥਾ। ਇਹ ਪੜਾਅ ਨੇ, ਇਹਨਾਂ ਪੜਾਵਾਂ ਤੋਂ ਸੱਖਣੇ ਅਸੀਂ ਧੱਕੇ ਖਾ ਰਹੇ ਹਾਂ ਸਾਧ ਸੰਗਤ, ਅਸੀਂ ਮੁਥਾਜੀ ਕਰ ਰਹੇ ਹਾਂ। ਜਿਨ੍ਹਾਂ ਨੂੰ ਇਹ ਕਿਹਾ ਸੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਜਿਨ੍ਹਾਂ ਨੂੰ ਕਿਹਾ ਸੀ ਮਾਨਕ ਬੱਪੜਾ ਕਿਆ ਸਲਾਈ ਹੈ, ਕਿਆ ਤਿਸਕਾ ਮੁਹਤਾਜਾ। ਆਹ ਸੀ ਖੰਡੇ ਦੀ ਪਹੁਲ। ਤੁਸੀਂ ਵਿਸਾਖੀ ਦਾ ਦਿਹਾੜਾ ਆ ਰਿਹਾ, ਅੰਮ੍ਰਿਤ ਸੰਚਾਰ ਹੋਣਾ ਇੱਥੇ। ਜੋਧ ਮਹਾਬਲ ਘੜੇ ਜਾਈਏ ਸਾਧ ਸੰਗਤ ਜੀ, ਸ਼ਬਦ ਸਾਡੀ ਘਾੜਤ ਘੜਦੇ। ਮੈਂ ਕਹਿੰਦਾ ਇਹ ਟ੍ਰੇਨਿੰਗ ਕੈਂਪ ਲੱਗ ਜੇ ਮਹੀਨੇ ਦਾ ਬੱਚਿਆਂ ਦਾ, ਪਹਿਲਾਂ ਕਿਤੇ ਜੁੜਨ ਇੱਥੇ ਆ ਕੇ ਨੌਜਵਾਨ ਸਾਡੇ, ਮਾਪੇ ਲੈ ਕੇ ਆਉਣ। ਸਾਨੂੰ ਵੀ ਧੱਕੇ ਨਾਲ ਲੈ ਕੇ ਜਾਂਦੇ ਹੁੰਦੇ ਸੀ ਮਾਂ ਪਿਓ, ਅਸੀਂ ਵੀ ਇਦਾਂ ਹੀ ਚੰਚਲ ਸੀ। ਗੁਰਦੇਵ ਪਾਤਸ਼ਾਹ ਜੀ ਘਾੜਤ ਘੜਦੇ, ਕਹਿੰਦੇ ਫਿਰ ਉਸ ਅਵਸਥਾ ਚ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਸੋ ਕਹੀਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਤਿੱਥੈ ਭਗਤ ਵਸੈ ਕੇ ਲੋ। ਹੁਣ ਕੀ ਉਸ ਲੋਕ ਵਿੱਚ ਕੀ ਵਸ ਰਿਹਾ? ਕੋਈ ਦੂਜਾ ਤੀਜਾ ਨਹੀਂ ਹੈ, ਕੋਈ ਮੇਰਾ ਤੇਰਾ ਨਹੀਂ ਹੈ, ਕੋਈ ਬਗਾਨਾ ਨਹੀਂ ਹੈ। ਜਿਨ ਕੈ ਰਾਮ ਵਸੈ ਮਨ ਮਾਹੇ, ਜਦੋਂ ਉਸ ਲੋਕ 'ਚ ਪਹੁੰਚੇ ਤੇ ਉਸ ਲੋਕ ਵਿੱਚ ਕੀ ਹੈ? ਸਿਰਫ ਤੇਰੇ ਪਿਆਰ ਕਰਨ ਵਾਲੇ ਪਾਤਸ਼ਾਹ। ਤੇ ਉਹ ਕੀ ਕਰ ਰਹੇ ਨੇ? ਕਰੈ ਆਨੰਦ ਸੱਚਾ ਮਨ ਸੋਏ। ਉਹ ਜੀਓ ਨਿਰਮਲ, ਬਾਹਰੋਂ ਨਿਰਮਲ, ਆਨੰਦ ਵਿੱਚ ਲੀਨ ਬੈਠੇ ਪਾਤਸ਼ਾਹ।
ਜਿਨ ਕੈ ਰਾਮ ਵਸੈ ਮਨ ਮਾਹੇ। ਸੱਚਖੰਡ ਥੋੜਾ ਜਿਹਾ ਇੱਥੇ ਰੁਕ ਲਈਏ ਸਾਧ ਸੰਗਤ। ਇੱਕ ਨਾ ਸਿੱਖਾਂ ਦੇ ਵਿੱਚ ਸ਼ਬਦ ਪ੍ਰਚਲਿਤ ਹੋ ਗਿਆ, ਬਹੁਤੀ ਵਾਰੀ ਬਾਪੂ ਬੇਬੇ ਦੇ ਭੋਗ ਦੇ ਕਾਰਡਾਂ ਤੇ ਪੜ੍ਹਦਾ ਮੈਂ, ਤੁਸੀਂ ਵੀ ਪੜ੍ਹਿਆ ਹੋਵੇਗਾ। ਜਾਂ ਭੋਗ ਦੇ ਕਾਰਡ ਨਾਲ ਨਾ ਹੁਣ ਵਿਆਹ ਸ਼ਾਦੀ ਵੀ ਹੋਵੇ ਤੇ ਕਈ ਵਾਰੀ ਅਰਦਾਸੀਏ ਸਿੰਘ ਨੂੰ ਨਾਂ ਲਿਖ ਕੇ ਦਿੰਦੇ ਪਰਿਵਾਰ ਵਾਲੇ, ਤੇ ਜੇ ਬਾਪੂ ਚਲਾਣਾ ਕਰ ਗਿਆ ਹੋਵੇ ਤੇ ਕੀ ਸ਼ਬਦ ਨਾਲ ਲਿਖਦੇ ਪਹਿਲਾਂ ਜੀ ਪੰਜਾਬੀ 'ਚ ਕੀ ਲਿਖਦੇ ਜੀ? ਸਵਰਗਵਾਸੀ। ਅਸੀਂ ਗੁਰੂ ਦੇ ਰਾਹ ਤੋਂ ਧੱਕ ਕੇ ਉਹਨੂੰ ਬਾਹਮਣ ਦੇ ਰਾਹ ਤੋਰ ਦਿੱਤਾ ਬਾਪੂ, ਕਿਉਂਕਿ ਸਾਨੂੰ ਪਤਾ ਨਹੀਂ ਹੈ ਵੀ ਸਿੱਖ ਦਾ ਸਵਰਗਾਂ ਨਾਲ ਕਾਹਦਾ ਕੰਮ ਜੀ, ਲੈਣਾ ਦੇਣਾ। ਬੜੇ ਸਵਾਲ ਪੁੱਛਦੇ ਆ ਜੀ, ਧਰਮਰਾਜ ਹੁੰਦਾ ਜੀ, ਜੀ ਚਿੱਤਰਗੁਪਤ ਹੁੰਦੇ ਨੇ ਜੀ, ਵੇਖੋ ਜੀ ਬਾਣੀ 'ਚ ਜ਼ਿਕਰ ਹੁੰਦਾ ਜੀ, ਹੁੰਦਾ। ਪਰ ਪਤਾ ਸਿੱਖ ਨੂੰ ਕੀ ਕਿਹਾ? ਧਰਮਰਾਏ ਦਰ ਕਾਗਦ ਫਾਰੇ। ਸਾਡੀਆਂ ਕਿਹੜੀਆਂ ਫਾਈਲਾਂ ਉੱਤੇ ਅਸੀਂ ਕੀ ਲੈਣਾ ਹੁੰਦਾ ਹੈ ਕਿ ਨਹੀਂ ਹੁੰਦਾ, ਸਾਡਾ ਤੇ ਵਾਸਤਾ ਹੀ ਨਹੀਂ ਹੈਗਾ। ਜਨ ਨਾਨਕ ਲੇਖਾ ਸਮਝਾ, ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਾ। ਸਿੱਖ ਦਾ ਕੀ, ਜੇ ਤੂੰ ਗੁਰੂ ਦੇ ਰਾਹ ਤੇ ਤੁਰਨਾ ਤੇਰੇ ਲਈ ਸਵਾਲ ਹੀ ਗਲਤ ਹੈ ਭਈਏ। ਤੈਨੂੰ ਕੌਣ ਪੁੱਛੇਗਾ ਕਿ ਉਹ ਮਹਾਰਾਜ ਕਹਿੰਦੇ ਤੁਸੀਂ ਸੱਚਖੰਡ 'ਚ ਬੈਠੇ ਹੋ, ਜਿਹਨੂੰ ਬਾਬਾ ਕਬੀਰ ਕਹਿੰਦੇ ਨੇ, ਕਹੋ ਕਬੀਰੇ ਕਹੀਆ ਕਾਹੇ ਸਾਧ ਸੰਗਤ ਬੈਕੁੰਠੇ ਆਹੇ। ਆਇਆ ਕਹਿੰਦੇ ਬੈਕੁੰਠ ਸੱਚਖੰਡ। ਤੇ ਸੱਚਖੰਡ ਵਿੱਚ ਜਿੱਥੇ ਇੱਕੋ ਨਾਮ ਵਿਖਾਣੀ ਹੈ, ਧੜੇ ਦੀ ਗੱਲ ਨਹੀਂ, ਬੰਦਿਆਂ ਦੀ ਜਿੰਦਾਬਾਦ ਮੁਰਦਾਬਾਦ ਨਹੀਂ, ਫਲਾਣਾ ਆ ਗਿਆ ਫਲਾਣੇ ਧੜੇ ਦਾ ਆ ਗਿਆ, ਉਹਦੇ ਸਰੋਪੇ ਉਹਦੇ ਜਿੰਦਾਬਾਦ ਮੁਰਦਾਬਾਦ। ਜਿੱਥੇ ਸਿਰਫ ਤੇਰੇ ਨਾਮ ਦੀ ਚਰਚਾ ਹੈ। ਤੇ ਜਦੋਂ ਉਸ ਸੱਚਖੰਡ ਦੇ ਵਿੱਚ ਸਿੱਖ ਬਹਿੰਦਾ ਨਾ, ਧਰਮਰਾਜ ਕੌਣ ਚੀਜ਼ ਆ ਬਈ, ਕਿਹੜਾ ਸਵਰਗ ਜੀ, ਕਿੱਧਰ ਹੀ ਵੀ ਉਹਨੇ ਨਰਕ 'ਚ ਭੇਜ ਦੇਣਾ, ਸਵਰਗ 'ਚ ਭੇਜ ਦੇਣਾ। ਉਹਦੇ ਕੰਬਦੇ ਫਿਰਦੇ ਆ। ਸਿੱਖ ਵੱਡਾ ਆ, ਧਰਮਰਾਜ ਵੱਡਾ ਨਹੀਂ ਹੈ। ਇਸ ਲਈ ਜਿਹੜੇ ਪੈਰਾਂ 'ਚ ਰੁਲਦੇ ਫਿਰਦੇ, ਅਸੀਂ ਉਹਨਾਂ ਦਾ ਕੀ ਜ਼ਿਕਰ ਕਰਨਾ ਬਈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਸੰਗਤ ਹੋਏਗੀ, ਜਿੱਥੇ ਰਸ ਪੀਰੇ ਹੋਣਗੀਆਂ, ਗੁਰਮੁਖ ਰੂਹਾਂ ਤੇਰੇ ਨਾਮ ਰਤੀਆਂ, ਧਰਮਰਾਜ ਕਹਿੰਦਾ ਜਮਦੂਤੋ ਉੱਥੇ ਨਾ ਜਾਇਓ, ਉਹ ਬੜੀ ਤਾਕਤ ਆ ਉੱਥੇ। ਉੱਥੇ ਸਿੱਖ ਬੈਠੇ ਗੁਰੂ ਦੇ ਰੰਗੇ ਹੋਏ, ਉੱਥੇ ਨਾ ਜਾਇਓ। ਨਾ ਤੁਹਾਡਾ ਛੁਟਕਾਰਾ ਹੋਣਾ, ਨਾ ਮੇਰਾ ਛੁਟਕਾਰਾ ਹੋਣਾ। ਹੁਣ ਕੀ ਦੱਸਿਆ ਸਾਨੂੰ ਵੀ ਵੱਡਾ ਕੌਣ ਹੈ? ਸਿੱਖਾ ਕੌਨਫੀਡੈਂਸ ਲਿਆ ਆਪਣੇ ਅੰਦਰ, ਜੋਧ ਮਹਾਂਬਰ ਸੂਰ ਬਣ। ਤੇ ਐਡਾ ਸੂਰਮਾ ਬਣ, ਤੂੰ ਤੇ ਧਰਮਰਾਜ ਤੋਂ ਡਰੀ ਜਾਂਦਾ ਪਿਆ। ਤੂੰ ਤੇ ਸਵਰਗਾਂ ਦੇ ਲਾਲਚ ਵਿੱਚ ਇੱਥੇ ਦਾਨ ਪੁੰਨ, ਪਤਾ ਨਹੀਂ ਜੁੱਤੀਆਂ ਵੀ ਲਿਆ ਕੇ ਮਹਾਰਾਜ ਦੀ ਹਜ਼ੂਰੀ 'ਚ ਰੱਖ ਦਿੰਦੇ ਆ, ਮੰਜਾ ਬਿਸਤਰਾ ਵੀ ਅੱਗੇ ਮਿਲ ਜਾਏਗਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਪਰ ਕਦੋਂ ਨਿਕਲਾਂਗੇ ਅਸੀਂ ਜੀ? ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਤੁਸੀਂ ਨਾ ਬਾਹਰ ਰਹਿਤ ਮਰਿਆਦਾ ਲਿਖ ਕੇ ਲਾਈ ਹੋਈ ਹੈ, ਜਾਂ ਤੇ ਉਹਨੂੰ ਫਾਲੋ ਕਰ ਲਈਏ ਤੇ ਜਾਂ ਫਿਰ ਨਹੀਂ ਲਾਉਣੀ ਚਾਹੀਦੀ ਸਾਨੂੰ। ਉਹਦੇ 'ਚ ਇੱਕ ਗੱਲ ਲਿਖੀ ਹੈ ਵੀ ਜਦੋਂ ਮਰ ਗਿਆ ਨਾ ਬੰਦਾ, ਹੁਣ ਵਿਦੇਸ਼ ਤੋਂ ਵੀ ਹੱਡੀਆਂ ਲੈ ਕੇ ਕਿੱਥੇ ਜਾਂਦੇ ਆ ਭਲਾ, ਹੈ ਨਾ, ਕੀਰਤਪੁਰ ਸਾਹਿਬ। ਗਤੀ ਨਹੀਂ ਹੋਣੀ, ਏਦਾਂ ਹੀ ਉਹ ਕਹਿੰਦੇ ਸੀ ਹਰਿਦੁਆਰ ਤੋਂ ਬਿਨਾਂ ਗਤੀ ਨਹੀਂ ਹੋਣੀ। ਉੱਥੇ ਪੜ੍ਹੀਏ ਕੀ ਲਿਖਿਆ ਹੋਇਆ ਵੀ ਖਲਾਰਾ ਨਾ ਪਏ, ਡਿਸਟਰਬ ਨਾ ਕੋਈ ਹੋਏ, ਪੋਲਿਊਟ ਨਾ ਹੋਏ। ਹੱਡੀਆਂ ਤੇ ਚੁਣਨ ਵਾਸਤੇ ਕਿਹਾ ਹੀ ਨਹੀਂ ਸਾਨੂੰ, ਅੰਗੀਠਾ ਸਾਂਭਣ ਲਈ ਕਿਹਾ ਵੀ ਉਹ ਸਾਰੇ ਨੂੰ ਠੀਕ ਹੈ। ਇੱਥੇ ਤੇ ਰਾਖ ਵੀ ਨਹੀਂ ਹੁੰਦੀ। ਤੇ ਉੱਥੇ ਅੰਮ੍ਰਿਤਸਰ ਤੋਂ ਨਾ ਇੱਕ ਗੱਡੀ ਚੱਲਦੀ ਹੁੰਦੀ ਸੀ, ਟ੍ਰੇਨ, ਅੰਬਾਲੇ ਨੂੰ, ਅੰਬਾਲੇ ਤੋਂ ਚੇਂਜ ਹੋ ਜਾਂਦੀ ਸੀ ਹਰਿਦੁਆਰ ਨੂੰ। ਰਾਤ ਨੂੰ ਅਕਸਰ ਚੱਲਦੀ ਸੀ 9 ਵਜੇ। ਤੇ ਉਸ ਟ੍ਰੇਨ ਦਾ ਨਾਂ ਸੀ ਫੁੱਲਾਂ ਵਾਲੀ ਟ੍ਰੇਨ। ਸਾਰੀ ਟ੍ਰੇਨ ਖਾਲੀ ਹੁੰਦੀ ਸੀ। ਮੈਂ ਇੱਕ ਵਾਰੀ ਦੇਹਰਾਦੂਨ ਜਾਣਾ ਸੀ, ਦੇਹਰਾਦੂਨ ਸਮਾਗਮ ਸੀ ਉਦੋਂ, ਗਵਰਨਰ ਹਾਊਸ ਦੇ ਅੰਦਰ, ਬਰਨਾਲਾ ਗਵਰਨਰ ਹੁੰਦਾ ਸੀ ਤੇ ਉੱਥੇ ਸਮਾਗਮ ਕੀਤਾ, ਮੇਰੀ ਸੇਵਾ ਲੱਗੀ। ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਫੁੱਲਾਂ ਵਾਲੀ ਟ੍ਰੇਨ 'ਚ ਚਲੇ ਜਾਓ। ਮੈਂ ਕਿਹਾ ਫੁੱਲਾਂ, ਪਹਿਲੇ ਤਾਂ ਮੈਨੂੰ ਪਤਾ ਨਹੀਂ ਸੀ।
ਹੁਣ ਉੱਥੇ ਜਾ ਕੇ ਪਤਾ ਲੱਗਿਆ ਵੀ ਖਾਲੀ ਕਿਉਂ ਹੁੰਦੀ ਹੈ, ਵੀ ਉਹ ਲੋਕ ਜਦੋਂ ਜਾਂਦੇ ਨੇ ਹਰਿਦੁਆਰ ਅਸਥੀਆਂ ਲੈ ਕੇ ਤੇ ਉਹ 2 ਟਿਕਟਾਂ ਲੈਂਦੇ ਆ ਨਾਲ, ਉਹ ਜਿਹਦੀਆਂ ਹੱਡੀਆਂ ਉਹ ਕਹਿੰਦੇ ਆ ਵੀ ਉਹ ਬਾਪੂ ਨੂੰ ਛੱਡਣ ਚੱਲੇ ਆ ਉੱਥੇ, ਤੇ ਆਵਾਜ਼ ਵੀ ਮਾਰ ਕੇ ਚੱਲਦੇ ਆ ਵੀ ਆ ਜਾ ਚੱਲੀਏ ਉੱਥੇ। ਕਿਆ ਮਾਨਸਿਕਤਾ ਜੀ। ਸਾਨੂੰ ਗੁਰੂ ਸਾਹਿਬ ਨੇ ਕੱਢਿਆ, ਕਿੱਡੇ ਦਾਅਵੇ ਨਾਲ ਕਿਹਾ, ਨਾ ਅਸੀਂ ਕੋਈ ਦਾਨ ਪੁੰਨ ਦੀ ਇਹ ਕਿਰਿਆ ਪਖੰਡ ਕਰਮ ਸਵਰਗਾਂ 'ਚ ਜਾਣਾ ਕਿ ਨਰਕਾਂ ਦਾ ਖੌਫ ਬੜਾ ਡਰਾਇਆ। ਇੱਥੇ ਤੇ ਮਰਨ ਤੋਂ ਬਾਅਦ ਵੀ ਸਰਾਧ ਖਾਈ ਜਾਂਦੇ ਅਗਲੇ, ਵੀ ਬਾਪੂ ਦੇ 15 ਦਿਨ ਧਰਤੀ ਤੇ ਆਏ ਹੋਏ ਆ ਪਿੱਤਰ, ਤੇ ਉਹ ਭੁੱਖੇ ਰਹਿ ਜਾਣੇ, ਸਾਲ ਦਾ ਰਾਸ਼ਨ ਦੇਣਾ, ਤੇ ਦੇਣਾ ਕਿਹਦੇ ਰਾਹੀਂ ਹੈ? ਟਰਾਂਸਪੋਰਟ ਦਾ ਮਹਿਕਮਾ ਕਿਹਦੇ ਕੋਲ, ਵੀ ਜਿਹੜਾ ਇੱਥੋਂ ਪਿੱਤਰ ਲੋਕ 'ਚ ਪਹੁੰਚਾ ਦੇ। ਕੁਝ ਬ੍ਰਾਹਮਣ ਨੇ ਖਾਣਾ, ਹੁਣ ਭਾਈ ਵੀ ਖਾਣ ਲੱਗ ਪਏ ਸਾਡੇ, ਤੇ ਕੁਝ ਕੋਠੇ ਤੇ ਸੁੱਟ ਲੈਣਾ। ਪਿੱਤਰ ਵੀ ਬਪਰੇ ਕਿਉਂ ਕਰ ਪਾਵੈ, ਕਊਆ ਕੂਕਰ ਕਾਂ ਕੁੱਤੇ ਖਾ ਗਏ, ਕਹਿੰਦੇ ਬਾਪੂ ਨੇ ਖਾਧਾ, ਝੂਠ ਬੋਲੀ ਜਾਂਦੇ। ਗੁਰੂ ਸਾਹਿਬ ਜੀ ਕਹਿੰਦੇ ਵੀ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਰਿਜੈਕਟ ਕੀਤੇ ਆ। ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਮੈਂ ਨਹੀਂ ਕਿਸੇ ਦੀ ਮੁਥਾਜੀ ਕਰਦਾ, ਤੇ ਕਾਦੇ ਮਾਣ ਦੇ ਆਸਰੇ, ਆਪਣੇ ਗੁਰੂ ਦੀ ਬਖਸ਼ਿਸ਼ ਦੇ। ਕਹਿੰਦੇ ਜੀ ਵੇਖੋ ਜੀ ਫਲਾਣਿਆਂ ਨੇ ਕਿਹਾ ਹੋਇਆ, ਰੀਤਾਂ ਬਣੀਆਂ, ਤੇ ਕਿੱਡੇ ਕਮਾਲ ਦੇ ਬਚਨ। ਆਹ ਸੂਰਮੇ ਏਦਾਂ ਬਣਿਆ ਜਾਂਦਾ ਜੀ, ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਣਾਉਂਦੇ ਸੂਰਮੇ। ਉਹ ਕਹਿੰਦੇ ਪੰਡਤ ਮੁੱਲਾ ਜੋ ਲਿਖ ਦੀਆ, ਛੋੜ ਚੱਲੇ ਹਮ ਕਛੂ ਨਾ ਲੀਆ। ਸਾਡਾ ਕੀ ਸੰਬੰਧ ਹੈ ਜੀ? ਇਹਨੂੰ ਕਹਿੰਦੇ ਆ ਮਾਨਸਿਕ ਆਜ਼ਾਦੀ। ਸਰੀਰਕ ਆਜ਼ਾਦੀ ਮਿਲ ਵੀ ਜਾਏਗੀ ਨਾ ਜੀ, ਮੰਨ ਲਓ ਖਾਲਸਾ ਰਾਜ, ਖਾਲਸੇ ਦਾ ਘਰ ਬਣ ਜਾਂਦਾ, ਜੇ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਹੋਏ, ਅਸੀਂ ਨਿਕਲਦੇ ਨਹੀਂ ਬੇਪਰਵਾਹ ਚੋਂ। ਔਰ ਪਹਿਲਾਂ ਤਿਆਰੀ ਕਰੀਏ, ਆਪਣੇ ਬੱਚਿਆਂ ਨੂੰ ਤਿਆਰ ਕਰੀਏ ਵਿਚਾਰ ਧਾਰਕ ਤੌਰ ਦੇ ਉੱਤੇ, ਪਹਿਲਾਂ ਮਾਨਸਿਕ ਆਜ਼ਾਦੀ ਦੀ ਗੱਲ ਹੋਵੇ। ਨਹੀਂ ਤੇ ਸਾਡੇ ਘਰਾਂ 'ਚ ਪੇਪਰ ਬੜਿਆ ਪਿਆ, ਨਿਕਲ ਹੀ ਨਹੀਂ ਰਹੇ। ਸਗਨ ਅਪਸਗਨ ਵਹਿਮ ਭਰਮ, ਮਾਵਾਂ ਭੈਣਾਂ ਬੈਠੀਆਂ, ਵਿਆਹ ਪਤਾ ਨਹੀਂ ਕਿੱਥੋਂ ਕਿਹੜੇ ਗ੍ਰੰਥ ਨੇ ਜੀ। ਉਹ ਸਾਰਾ ਕੁਝ ਸਾਰਿਆਂ ਨੂੰ ਚੇਤੇ ਆ, ਆਹ ਨਹੀਂ ਕਰਨਾ, ਆਹ ਵੀ ਵਾਰ ਹੈ, ਆਹ ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਇਹ ਉਹਨਾਂ ਵਾਸਤੇ ਹੈ ਜਿਹੜੇ ਰੱਬ ਨਾਲ ਟੁੱਟੇ ਆ, ਸਿੱਖ ਵਾਸਤੇ ਨਹੀਂ। ਸਿੱਖ ਤੇ ਸੱਚਖੰਡ 'ਚ ਹਰ ਵੇਲੇ ਅੰਦਰ ਦੀ ਅਵਸਥਾ ਉਹਦੀ। ਉਹ ਸਵਰਗਾਂ ਨਰਕਾਂ ਦੇ ਸੌਦੇ ਨਹੀਂ ਕਰਦਾ। ਸਾਧ ਸੰਗਤ, ਬਹੁਤ ਸਿਸਟਮ ਅੱਜ ਤੱਕ ਚਲੀ ਜਾਂਦਾ ਪਿਆ। ਸਾਨੂੰ ਗੁਰੂ ਨਾਨਕ ਨੇ ਬਹੁਤ ਰਹਿਮਤ ਕਰਕੇ ਬਚਾਇਆ। ਸਾਧ ਸੰਗਤ ਜੀ, ਇਹ ਗੱਲਾਂ ਤਾਂ ਬਣਨੀਆਂ ਜੇ ਸਾਡੇ ਘਰਾਂ 'ਚ ਲਾਗੂ ਹੋਣਗੀਆਂ। ਅਸੀਂ ਜਿਹੜੇ ਜ਼ਿੰਮੇਵਾਰ ਬੰਦੇ ਆ, ਪ੍ਰਚਾਰ ਕਰਨ ਵਾਲੇ, ਪ੍ਰਚਾਰ ਕਰਾਉਣ ਵਾਲੇ, ਪਹਿਲਾਂ ਸਾਡੇ ਘਰਾਂ 'ਚ ਲਾਗੂ ਹੋਣ। ਪ੍ਰਚਾਰ ਕਰਾਉਣ ਵਾਲੇ ਕੌਣ? ਪ੍ਰਬੰਧਕ ਸਾਹਿਬਾਨ। ਪ੍ਰਚਾਰ ਕਰਨ ਵਾਲੇ ਕੌਣ? ਅਸੀਂ ਜਿਹੜੇ ਗ੍ਰੰਥੀ ਰਾਗੀ ਸਾਰੇ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੰਨ ਲਓ ਪੰਜਾਬ ਦੀ ਇੱਕ ਇਕਾਈ ਮੰਨ ਲਈ ਆਪਾਂ, ਲਗਭਗ 12,500 ਪਿੰਡ ਨੇ, ਤੇ ਜੇ ਅਸੀਂ ਔਸਤ ਕੱਢੀਏ ਸ਼ਹਿਰਾਂ ਪਿੰਡਾਂ ਦੀ, ਤੇ ਮੰਨ ਲਈਏ 1 ਲੱਖ ਗੁਰਦੁਆਰਾ, 4-4 ਵੀ ਹੈ, ਕਿਤੇ ਸ਼ਹਿਰਾਂ 'ਚ 10-10, 15-15 ਵੀ ਹੈ, ਬਹੁਤ। 1 ਲੱਖ ਗੁਰਦੁਆਰਾ ਸਾਹਿਬ ਦੇ ਜੇ 5-5 ਪ੍ਰਬੰਧਕ ਮੰਨ ਲਈਏ, 5 ਲੱਖ, ਜੇ ਘੱਟੋ ਘੱਟ ਵੀ ਮੰਨ ਲਈਏ, ਆਪਾਂ ਇਮੇਜਨ ਕਰ ਲਈਏ ਆਪਾਂ 5 ਲੱਖ, 5 ਲੱਖ ਪ੍ਰਬੰਧਕ, 5 ਲੱਖ ਪ੍ਰਬੰਧਕਾਂ ਦੇ, ਤੇ ਜੇ ਮੰਨ ਲਓ 2-2, 4-4 ਗੁਰੂ ਕੇ ਸੇਵਾਦਾਰ ਵੀ, ਜਾਂ ਕਈ ਥਾਵਾਂ ਤੇ ਵੱਧ ਵੀ ਨੇ, 50-50, 100-100 ਸ਼੍ਰੋਮਣੀ ਕਮੇਟੀ ਦੇ ਵੱਡੇ ਗੁਰਦੁਆਰੇ ਆ, ਤੇ ਜੇ ਅਸੀਂ ਘੱਟੋ ਘੱਟ 5-5 ਮੰਨ ਲਈਏ, 10 ਲੱਖ ਪ੍ਰਬੰਧਕ ਤੇ ਸੇਵਾਦਾਰ, ਭਾਵੇਂ ਉਹ ਰਾਗੀ ਗ੍ਰੰਥੀ ਕੁਝ ਵੀ ਨੇ। 10 ਲੱਖ ਬੰਦੇ ਸਿੱਧੇ ਤੌਰ ਤੇ ਜੁੜ ਗਏ। 10 ਲੱਖ ਦੇ ਪਰਿਵਾਰ ਦੇ ਕਿੰਨੇ ਜੀ? ਘੱਟੋ ਘੱਟ 5-5 ਜੀ ਮੰਨ ਲਈਏ, 4-4 ਮੰਨ ਲਈਏ, 10 ਚੌਕਾ 40 ਲੱਖ, ਜੇ 4-4 ਵੀ ਮੰਨੀ। ਜੇ ਇੱਕ ਦਿਨ ਅਸੀਂ ਇਮਾਨਦਾਰੀ ਨਾਲ ਗੁਰਮਤ ਲਾਗੂ ਕਰ ਲਈਏ, ਨਿਤਨੇਮ ਸਾਡੇ ਘਰਾਂ 'ਚ ਆ ਜੇ, ਅੰਮ੍ਰਿਤ ਵੇਲਾ ਆ ਜੇ, ਅਸੀਂ ਆ ਪ੍ਰੈਕਟੀਕਲੀ ਜੋ ਅਸੀਂ ਪ੍ਰਚਾਰਦੇ ਪਏ ਹਾਂ ਜਾਂ ਪ੍ਰਚਾਰ ਕਰਾਉਂਦੇ ਪਏ ਹਾਂ, 40 ਲੱਖ ਬੰਦਾ ਤੇ ਇੱਕ ਦਿਨ ਗੁਰਮਤ 'ਚ ਰੰਗਿਆ ਜਾਏਗਾ। ਪਰ ਗੁਰੂ ਸਾਹਿਬ ਜੀ ਮੇਰੇ ਜੀਵਨ ਵੱਲ ਵੇਖ ਕੇ ਕਹਿੰਦੇ ਆ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਰਹਿਤ ਨਾ ਹੋਈ, ਕਥਨੀ ਹੈ। ਔਰ ਮਾਫੀ ਮੰਗ ਕੇ ਕਹਿੰਦਾ, ਸਾਧ ਸੰਗਤ ਤੁਸੀਂ ਸਾਰੇ ਜ਼ਿੰਮੇਵਾਰ ਬੈਠੇ ਹੋ, 50% ਤੋਂ ਵੱਧ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਪੁੱਛ ਲਓ ਜਾ ਕੇ ਵੀ ਗੁਰਦੁਆਰੇ ਦੀ ਡੈਫੀਨੇਸ਼ਨ ਕੀ ਹੈ। ਮਾਫੀ ਮੰਗਦਾ, ਗੁਰਦੁਆਰੇ ਦਾ ਕੰਮ ਕੀ ਹੈ? ਆ 5 ਖੰਡਾਂ ਦੀ ਗੱਲ ਦੱਸ ਦਿਓ, ਕਿਉਂਕਿ ਕੜੀ ਨੇ ਜੀ ਪ੍ਰਬੰਧਕ ਤੇ ਸੰਗਤ ਵਿੱਚ, ਪ੍ਰਚਾਰਕ ਤੇ ਸੰਗਤ 'ਚ ਕੋਈ ਕੜੀ ਹੈ ਤੇ ਉਹ ਪ੍ਰਬੰਧਕ ਨੇ।
ਤੇ ਜੇ ਪ੍ਰਬੰਧਕ ਨੂੰ ਵਿਚਾਰੇ ਨੂੰ ਕੁਝ ਨਹੀਂ ਪਤਾ ਤੇ ਮੇਰੇ ਵਰਗਾ ਬੰਦਾ ਇੱਥੇ ਬੈਠ ਕੇ ਜਿੰਨਾ ਮਰਜ਼ੀ ਲੁੱਟੀ ਜਾਏ, ਤੁਹਾਨੂੰ ਸਾਰੀ ਗੱਪ ਸੁਣਾਈ ਜਾਏ, ਸਾਰੀ ਮਨਮਤ ਸੁਣਾਈ ਜਾਏ। ਇਹ ਬਹੁਤ ਸੂਖਮ ਹੈ, ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਐਵੇਂ ਗੱਲਾਂ ਨਹੀਂ ਹੈ ਵੀ ਬਿਲਡਿੰਗ ਖੜੀ ਹੋ ਗਈ ਹੈ ਤੇ ਚਲੋ ਆਗੇ ਰੋਟੀ ਖਾ ਕੇ ਚਲੇ ਗਏ। ਸਿੱਖਾਂ ਦੀ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ, ਸਟੇਟ ਹੈ ਇਹ ਗੁਰਦੁਆਰਾ, ਇੱਥੋਂ ਦਾ ਨਿਸ਼ਾਨ, ਨਗਾਰਾ, ਜਕਾਰਾ, ਇੱਕ ਰਾਜ ਚਲਾਉਣਾ ਸੀ ਪੂਰਾ। ਇਹਨੂੰ ਸੰਜੀਦਗੀ ਦਾ ਵਿਸ਼ਾ ਬਣਾਈਏ। ਪਰ ਮੈਂ ਸਮਝਦਾ ਕਿ ਮੇਰੀ ਰੋਟੀ ਦਾ ਵਿਸ਼ਾ ਹੈ, ਦੂਜਾ ਸਮਝਦਾ ਕਿ ਮੇਰੀ ਚੌਧਰ ਦਾ ਵਿਸ਼ਾ ਹੈ। ਮੇਰੀ ਰੋਟੀ ਪੂਰੀ ਹੋਈ ਜਾਂਦੀ ਹੈ, ਉਹਦੀ ਬੱਲੇ ਬੱਲੇ ਹੋਈ ਜਾਂਦੀ ਹੈ, ਦੋਨੋਂ ਸੰਤੁਸ਼ਟ। ਸੋ ਭਾਈ, ਇਹ ਸਵਰਗ, ਨਰਕ, ਧਰਮਰਾਜ, ਜਮਦੂਤ ਸਿੱਖ ਛੁੱਟ ਗਏ ਇਹਦੇ ਤੋਂ। ਸੱਚਖੰਡ ਵਸੈ ਨਿਰੰਕਾਰ। ਉਹੀ ਜਿਹੜੀ ਗੱਲ ਪਹਿਲਾਂ ਆਪਾਂ ਕੀ, ਦਸਮ ਪਾਤਸ਼ਾਹ ਕਹਿੰਦੇ, ਨਾ ਜਾਤ ਹੈ, ਨਾ ਪਾਤ ਹੈ, ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਿਰੰਕਾਰ। ਚੱਕਰ ਚਿਹਨ ਬਰਨ ਜਾਤ ਤੋਂ ਪਰੇ, ਕੋਈ ਬੁੱਤ ਨਹੀਂ ਘੜ ਸਕਦਾ ਉਹਦਾ। ਜਿਹੜਾ ਪਹਿਲੇ ਬਚਨਾਂ ਚ ਕਿਹਾ ਸੀ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਨਾ ਕਾਲੇ ਰੰਗ ਦਾ, ਨਾ ਗੋਰੇ ਰੰਗ ਦਾ ਭਗਵਾਨ। ਕਿਹੜੀਆਂ ਤਸਵੀਰਾਂ ਬਣਾਵਾਂਗੇ ਅਸੀਂ। ਇੱਥੇ ਬੁੱਤਾਂ ਨੂੰ ਪੂਜਣ ਵਾਸਤੇ ਤੁਰ ਪਏ। ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਤੇ ਚਾੜ ਲਿਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕੋਈ ਹੋਰ ਚਿੰਨ੍ਹਾਂ ਦੀ ਲਿੰਗ ਦਾ ਅਰਥ ਹੁੰਦਾ ਚਿੰਨ੍ਹ। ਕਾਹੂ ਲਖਿਓ ਹਰ ਵਾਚੀ ਦਸਾ, ਮੈਂ ਕਾਹੂ ਪਿਸ਼ਾਹ ਕੋ ਸੀਸ ਨਵਾਇਓ। ਕੋ ਬੁਤਾਨ ਕੋ ਪੂਜਤ ਹੈ, ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਕੋਈ ਨਹੀਂ ਜੀ ਉੱਥੇ ਨੇਮ ਨਾ ਜਾਂਦਾ। ਤੁਹਾਡਾ ਕੀ ਜਾਂਦਾ ਭਾਈ ਸਾਹਿਬ, ਤੁਸੀਂ ਐਵੇਂ ਕਲਪੀ ਜਾਂਦੇ ਹੋ। ਮੈਂ ਨਹੀਂ ਕਲਪ ਰਿਹਾ। ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਵੀ ਤੈਨੂੰ ਕੌਡੀ ਦਾ ਫਾਇਦਾ ਨਹੀਂ ਹੋਣਾ ਧੱਕੇ ਖਾਣ ਵਾਲਿਆ। ਤੂੰ ਧਰਮ ਦਾ ਕਰਮ ਨਹੀਂ ਕਰ ਰਿਹਾ, ਤੂੰ ਕੀ ਕਰ ਰਿਹਾ? ਕੂਰ ਕਿਰਿਆ ਉਰਜਿਓ, ਉਲਝਿਆ ਹੋਇਆ ਤੂੰ ਕੂੜੇ ਕੰਮ 'ਚ। ਤੇ ਕੋਈ ਫਲ ਪਾਇਆ? ਕਹਿੰਦੇ ਨਾ, ਕੱਖ ਵੀ ਨਹੀਂ ਜਾਣਿਆ। ਕੂਰ ਕਿਰਿਆ ਉਰਜਿਓ, ਸਾਬੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੱਚਖੰਡ ਵਸੈ ਨਿਰੰਕਾਰ। ਹੁਣ ਅਸਲ 'ਚ ਹੁੰਦਾ ਕੀ ਹੈ ਸਾਧ ਸੰਗਤ, ਜਦੋਂ ਇਸ ਅਵਸਥਾ ਦੀ ਗੱਲ ਗੁਰੂ ਸਾਹਿਬ ਕਰਦੇ ਆ ਨਾ, ਤੇ ਉੱਥੇ ਪਹੁੰਚਣ ਵਾਲਾ ਉਹਦੇ ਵਰਗਾ ਹੋ ਜਾਂਦਾ ਹੈ। ਉਹ ਵਿਸ਼ਾਲ ਹੈ, ਉਹ ਅਨੰਤ ਹੈ, ਉਹ ਅਗੰਮੀ ਹੈ। ਤੇ ਸੱਚਾਈ ਇਹ ਹੈ ਵੀ ਉੱਥੇ ਪਹੁੰਚਣ ਵਾਲਾ ਵੀ ਸਰੀਰ ਦੀ ਸਤ੍ਹਾ ਤੋਂ ਉੱਪਰ ਹੋ ਜਾਂਦਾ ਹੈ, ਸੁਰਤ ਦੀ ਸਤ੍ਹਾ ਤੇ। ਜੇ ਵਾਹਿਗੁਰੂ ਆਕਾਰ ਰਹਿਤ ਹੈ ਤੇ ਫਿਰ ਬੰਦਾ ਵੀ ਆਪਣੇ ਵਜੂਦ ਕਰਕੇ ਵੱਡਾ ਨਹੀਂ ਬਣਿਆ। ਕਤਰਾ ਸਮੁੰਦਰ 'ਚ ਪਿਆ, ਸਮੁੰਦਰ ਵਰਗਾ ਹੋ ਗਿਆ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ। ਹਰ ਹਰ ਜੰਦ ਏਕ ਹੈ। ਕਰ ਕਰ ਵੇਖਿਆ। ਕੀ ਵੇਖਿਆ? ਉਹ ਸਾਜ ਵੀ ਰਿਹਾ ਤੇ ਉਹ ਸਾਰੇ ਸੰਸਾਰ ਨੂੰ ਜਿਤ ਬਹਿ ਸਰਬ, ਜਿਹੜਾ ਸਾਨੂੰ ਨਕਸ਼ਾ ਦਿਖਾਇਆ ਸੀ ਨਾ, ਸੋਹਦਰ ਕਿਹਾ ਸੋ ਘਰ ਕਿਹਾ ਜਿਤ ਬਹਿ। ਕਰ ਕਰ ਵੇਖਿਆ, ਆਪ ਵੇ, ਆਪੇ ਸਾਜ ਰਿਹਾ, ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਆਪ ਹੀ ਉਹਦੀ ਦ੍ਰਿਸ਼ਟੀ ਆਪੇ ਵੇਖ ਰਿਹਾ। ਇੱਥੇ ਤ੍ਰੈ ਗੁਣੀ ਤਾਕਤਾਂ ਨਹੀਂ ਹਨ। ਇੱਥੇ ਤੇ ਹਰ ਬਿਨ ਕੋ ਮਾਰ ਜਵਾਲ ਨਾ ਸਕੇ। ਇੱਥੇ ਤੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ। ਕਰ ਕਰ ਵੇਖਿਆ ਨਦਰ ਨਿਹਾਲ। ਉਹ ਨਦਰ ਕਰਕੇ ਨਿਹਾਲ ਕਰਨ ਵਾਲਾ ਸਭ ਕੁਝ ਵੇਖ ਰਿਹਾ। ਤੇ ਹੁਣ ਅਗਲੀ ਇਹ ਬੰਦ ਨੂੰ, ਦੋ ਬੰਦ ਨੇ, ਪੜ੍ਹ ਕੇ ਸਮਾਪਤੀ ਕਰਦੇ ਹਾਂ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਹੁਣ ਇਹ ਹੈ ਸੋਚ ਦੀ ਵਿਸ਼ਾਲਤਾ। ਜਿਹੜੀ ਸੁੰਗੜੀ ਹੋਈ ਸੋਚ ਸੀ ਉਹ ਏਡੀ ਵੱਡੀ ਹੋ ਗਈ ਕਿ ਜਿੰਨਾ ਪਰਮੇਸ਼ਰ ਵੱਡਾ ਹੈ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣਾ ਸੋਏ। ਉਸ ਮੁਕਾਮ ਤੇ ਪਹੁੰਚ ਗਿਆ। ਸਭ ਕੁਝ ਨਜ਼ਰ ਆ ਰਿਹਾ। ਜੇ ਕੋ ਕਥੈ, ਅੰਤ ਨਹੀਂ ਪਾ ਸਕਿਆ, ਵੇਖ ਰਿਹਾ ਸਭ ਕੁਝ, ਅਨੰਤ ਹੈ ਸਭ ਕੁਝ। ਤਿੱਥੈ ਲੋ ਲੋ, ਪਤਾ ਨਹੀਂ ਕਿੰਨੇ ਕੁ ਲੋਕ ਨੇ, ਕਿੰਨੇ ਕੁ ਆਕਾਰ ਨੇ। ਇੱਥੇ ਬੰਦਾ ਆਪਣੇ ਆਪਣੇ ਕੱਪੜਿਆਂ ਦੀ ਵੰਡ ਪਾਈ ਬੈਠਾ ਸੀ, ਆਪਣੇ ਆਪਣੇ ਰੰਗ ਦੀ, ਨਸਲ ਦੀ ਵੰਡ ਪਾਈ ਬੈਠਾ ਸੀ। ਉੱਥੇ ਅਨੰਤ ਹੈ, ਅਥਾਹ ਹੈ। ਸੋਚ ਵੱਡੀ ਹੋ ਗਈ, ਕੱਦ ਵੱਡਾ ਹੋ ਗਿਆ। ਅਸਲ 'ਚ ਨਾ ਜੀ, ਜਿਹੜੀ ਗੱਲ ਬਾਬਾ ਫਰੀਦ ਕਹਿੰਦੇ ਆ ਵੀ ਕਿੱਦਾਂ ਦਾ ਬਣਨਾ, ਅੰਦਰ ਦਾ ਭਰਮ ਮਿਟ ਜਾਏਗਾ ਨਾ, ਤੇ ਤੂੰ ਉਹ ਜਿਹੜਾ ਧਰਮ ਖੰਡ ਜਿੱਥੋਂ ਤੁਰਿਆ ਸੀ ਨਾ, ਤੇ ਆਪਾਂ ਗੱਲ ਕੀਤੀ ਸੀ ਰੁੱਖਾਂ ਦਾ ਧਰਮ ਕਿੱਦਾਂ ਦਾ ਬਣਨਾ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਰਾਂ। ਇੱਕ ਸਮਾਨ, ਸਭ ਲਈ ਇੱਕੋ ਜਿਹੇ,
ਨਜ਼ਰ ਆ ਰਿਹਾ ਸਭ ਕੁਝ। ਤਿੱਥਾ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਵਾਹਿਗੁਰੂ ਖੇੜਿਆ। ਤਾਂ ਮੈਂ ਕਿਹਾ ਜਿਹੜੇ ਉਹਦੇ ਤੱਕ ਪਹੁੰਚੇ ਉਹਦੇ ਵਰਗੇ ਹੋ ਗਏ, ਤੇ ਜਿਹੜੇ ਜੁੜੇ ਉੱਥੇ ਪਹੁੰਚੇ ਸੱਚਖੰਡ 'ਚ, ਤੇ ਉਹਨਾਂ ਦਾ ਕੀ ਬਣਿਆ? ਨਾਨਕ ਭਗਤਾਂ ਸਦਾ ਵਿਕਾਸ। ਵਾਹਿਗੁਰੂ ਕੀ ਹੈ? ਵਿਕਾਸ ਰੂਪ, ਸਤ ਚਿੱਤ ਆਨੰਦ। ਪਹੁੰਚਣ ਵਾਲੇ ਵੀ ਵਿਕਾਸ 'ਚ ਹੋ ਗਏ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਹਾਂ, ਇੱਥੇ ਵਾਹਿਗੁਰੂ ਕਰੇ ਸਾਡੀ ਸੁਰਤ ਉਸ ਮੰਜ਼ਿਲ 'ਚ ਪਹੁੰਚੇ। ਕਥਨ ਇੱਕ ਬਾਰ-ਬਾਰ ਕਥਨ ਕਰਦਿਆਂ ਵੀ ਗੁਰੂ ਸਾਹਿਬ ਕਹਿੰਦੇ ਨੇ ਕਥਿਆ ਨਹੀਂ ਜਾ ਸਕਦਾ। ਵਾਹਿਗੁਰੂ ਬਖਸ਼ਿਸ਼ ਕਰਨ, ਸਾਡੇ ਭਰਮ ਦੂਰ ਹੋਣ, ਅਗਿਆਨਤਾ, ਅੰਧ ਵਿਸ਼ਵਾਸ, ਸੁਰਤ ਮੰਡਲ ਦੇ ਉਸ ਮੁਕਾਮ ਤੇ ਪਹੁੰਚ ਸਕੀਏ। ਸਾਰਿਆਂ ਦਾ ਆਇਆ ਸਫਲ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।